ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸੂਰਠ ਮਹਲਾ ਤੀਜਾ ਦੂਤੁਕੀ। ਨਿਗੁਣਿਆਨੋ ਆਪੇ ਬਖਸ਼ ਲਏ ਭਾਈ, ਸਤਿਗੁਰ ਕੀ ਸੇਵਾ ਲਾਏ। ਨਿਗੁਣਿਆਨੋ ਆਪੇ ਬਖਸ਼ ਲਏ ਭਾਈ, ਸਤਿਗੁਰ ਕੀ ਸੇਵਾ ਲਾਏ। ਸਤਿਗੁਰ ਕੀ ਸੇਵਾ ਊਤਮ ਹੈ ਭਾਈ, ਰਾਮ ਨਾਮ ਚਿਤ ਲਾਏ। ਹਰ ਜੀਓ ਆਪੇ ਬਖਸ਼ ਮਿਲਾਏ, ਗੁਣਹੀਨ ਹਮੇ ਅਪਰਾਧੀ ਭਾਈ, ਪੂਰੇ ਸਤਿਗੁਰ ਲਏ ਰਲਾਏ। ਰਹਾਉ ਕੌਣ ਕੌਣ ਅਪਰਾਧੀ ਬਖਸ਼ੀਨ ਪਿਆਰੇ, ਸਾਚੈ ਸ਼ਬਦ ਵਿਚਾਰ, ਪਹੁ ਜਲ ਪਾਰ ਉਤਾਰੀਨ ਭਾਈ, ਸਤਿਗੁਰ ਬੇੜੈ ਚਾੜ। ਮਨੂਰੈ ਤੇ ਕੰਚਨ ਪਹੇ ਭਾਈ, ਗੁਰ ਪਾਰਸ ਮੇਲ ਮਿਲਾਏ। ਆਪ ਛੋੜ ਨਾਉ ਮਨ ਵਸਿਆ ਭਾਈ, ਜੋਤੀ ਜੋਤ ਮਿਲਾਏ। ਹਉ ਵਾਰੀ ਹਉ ਵਾਰਣੈ ਭਾਈ, ਸਤਿਗੁਰ ਕੋ ਸਦ ਬਲਿਹਾਰੈ ਜਾਉ। ਨਾਮ ਨਿਧਾਨ ਜਿਨ ਦਿੱਤਾ ਭਾਈ, ਗੁਰਮਤਿ ਸਹਿਜ ਸਮਾਉ। ਗੁਰ ਬਿਨ ਸਹਿਜ ਨ ਉਪਜੈ ਭਾਈ, ਪੁੱਛੋ ਗਿਆਨੀਆਂ ਜਾਏ। ਸਤਿਗੁਰ ਕੀ ਸੇਵਾ ਸਦਾ ਕਰ ਭਾਈ, ਵਿਚੋਂ ਆਪ ਗਵਾਏ। ਗੁਰਮਤੀ ਪਹੁ ਉਪਜੈ ਭਾਈ, ਪਹੁ ਕਰਨੀ ਸਚ ਸਾਰ। ਪ੍ਰੇਮ ਪਦਾਰਥ ਪਾਈਐ ਭਾਈ, ਸਚ ਨਾਮ ਆਧਾਰ। ਜੋ ਸਤਿਗੁਰ ਸੇਵੈ ਆਪਣਾ ਭਾਈ, ਤਿਨ ਕੈ ਹਉ ਲਾਗੋਂ ਪਾਏ। ਜਨਮ ਸਵਾਰੀ ਆਪਣਾ ਭਾਈ, ਕੁਲ ਭੀ ਲਹੀ ਬਖਸ਼ਾਏ। ਸਚ ਬਾਣੀ ਸਚ ਸ਼ਬਦ ਹੈ ਭਾਈ, ਗੁਰ ਕਿਰਪਾ ਤੇ ਹੋਏ। ਨਾਨਕ ਨਾਮ ਹਰ ਮਨ ਵਸੈ ਭਾਈ, ਤਿਸ ਬਿਗਨ ਨ ਲਾਗੈ ਕੋਏ। ਸਚ ਬਾਣੀ ਸਚ ਸ਼ਬਦ ਹੈ ਭਾਈ, ਗੁਰ ਕਿਰਪਾ ਤੇ ਹੋਏ। ਨਾਨਕ ਨਾਮ ਹਰ ਮਨ ਵਸੈ ਭਾਈ, ਤਿਸ ਬਿਘਨ ਨ ਲਾਗੈ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗਾ ਟਲ ਸ਼ਬਦ ਸਤਿਗੁਰੂ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰਦੇਵ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼। ਸ਼ਾਮ ਸਮੇਂ ਭਾਵੇਂ ਅਸੀਂ ਬਹੁਤ ਨਾ ਮਾਤਰ ਗਿਣਤੀ ਵਿੱਚ ਹੀ ਗੁਰੂ ਦਰਬਾਰ ਹਾਜ਼ਰ ਹਾਂ, ਪਰ ਫਿਰ ਵੀ ਗੁਰ ਸ਼ਬਦ ਦਾ ਆਗੋਸ਼, ਗੁਰ ਸ਼ਬਦ ਦੀ ਜਿਹੜੀ ਪ੍ਰੈਜ਼ੈਂਸ ਹੈ, ਖਾਸ ਕਰਕੇ ਪ੍ਰਕਾਸ਼ਿਤ ਬਾਣੀ ਹੈ, ਕੀਰਤਨ ਹੋ ਰਿਹਾ ਹੈ, ਬਾਣੀ ਪੜ੍ਹੀ ਜਾ ਰਹੀ ਹੈ, ਹੁਣ ਵਿਚਾਰ ਦਾ ਸਮਾਂ ਬਣਿਆ ਹੈ। ਆਪਣੇ ਆਪ ਵਿੱਚ ਸਤਸੰਗਤ ਹੈ।
ਇਸ ਸਤਸੰਗਤ ਦੀ ਆਪ ਨੂੰ ਆਪ ਮਾਣ ਰਹੇ ਹੋ, ਵਡਭਾਗਤਾ ਹੈ। ਹਰੀ ਜਸ ਕੀਰਤਨ ਆਪ ਸਰਵਨ ਕਰ ਰਹੇ ਸੀ। ਇਹ ਸਮਾਂ ਗੁਰਬਾਣੀ ਵਿਆਖਿਆਨ ਦਾ ਹੈ, ਜਿਸ ਵਿੱਚ ਲੜੀਵਾਰ ਜੋ ਪਿਛਲੇ ਕਈ ਵਰ੍ਹਿਆਂ ਤੋਂ ਚੱਲਦਾ ਆ ਰਿਹਾ ਸ਼ਬਦ ਵਿਆਖਿਆਨ ਹੈ, ਉਸ ਚੱਲਦੇ ਪ੍ਰਵਾਹ ਵਿੱਚ ਅਗਲੇਰਾ ਸ਼ਬਦ ਬਾਣੀ ਰੂਪ ਵਿੱਚ ਆਪ ਨੇ ਸਰਵਨ ਕੀਤਾ ਹੈ। ਇਸ ਪਾਵਨ ਬਚਨ ਦਾ ਜੋ ਸਿਰਨਾਵਾ ਹੈ, ਸੋਰਠ ਮਹਲਾ ਤੀਜਾ ਦੂਤੁਕੀ। ਜੇ ਵੇਖੀਏ ਤੇ ਇਹ ਸ਼ਬਦ ਨੇ ਅਸ਼ਟਪਦੇ, 8 ਪਦਿਆਂ ਵਾਲੇ ਸ਼ਬਦ। 2 ਲਫ਼ਜ਼ ਤੁਸੀਂ ਅਕਸਰ ਪਾਠ ਕਰਦੇ ਆ, ਸਿਰਨਾਵੇਂ ਵਿੱਚ ਸੁਣਦੇ ਹੋਵੋਗੇ ਅਕਸਰ ਜਾਂ ਪੜ੍ਹਦੇ ਹੋ। ਇੱਕ ਜਿਵੇਂ ਪੰਚਪਦੇ, ਚੌਪਦੇ, ਅਸ਼ਟਪਦੇ, ਨਾਲ ਦੀ ਨਾਲ ਹੀ ਇੱਕ ਤੁਕੇ, ਦੂ ਤੁਕੇ, ਤੀ ਤੁਕੇ, ਇਹ ਲਫ਼ਜ਼। ਸੋ ਜੋ ਇਹ that's good, you guys are doing seva. I'm very impressed, but without noise. Thank you. ਜੋ ਵਿਨਤੀ ਕਰ ਰਿਹਾ ਸੀ, ਸੋ ਜੋ ਪਦੇ ਨੇ ਤੇ ਤੁਕੇ ਨੇ। ਪਦੇ ਮੀਨ ਸਟੈਂਜਾਸ। ਜਦੋਂ ਅਸੀਂ ਪੜ੍ਹਦੇ ਹਾਂ ਅਸ਼ਟਪਦੇ, ਭਾਵ 8 ਪਹਿਰਿਆਂ ਵਾਲੀ ਰਚਨਾ। ਜਦੋਂ ਤੁਕੇ ਆਉਂਦੇ ਨੇ ਤਾਂ ਇੱਕ ਪਹਿਰੇ ਦੇ ਵਿੱਚ ਐਵਰੀ ਸਟੈਂਜਾ ਹਾਊ ਮੈਨੀ ਲਾਈਨਸ ਇਜ਼ ਕੈਰਿੰਗ, ਇਹ ਇੰਡੀਕੇਸ਼ਨ ਹੈ ਕਿ ਉਹਦੇ ਵਿੱਚ 17 ਕਿੰਨੀਆਂ ਆ ਰਹੀਆਂ ਨੇ ਉਸ ਰੂਪ ਦੇ ਵਿੱਚ। ਸੋ ਇੱਥੇ ਗੁਰੂ ਸਾਹਿਬ ਨੇ ਜੋ ਜ਼ਿਕਰ ਕੀਤਾ ਹੈ, 2 ਤੁਕੀ, ਹਰ ਇੱਕ ਪਦਾ 2 ਤੁਕਾਂ ਕੈਰੀ ਕਰ ਰਿਹਾ ਹੈ। 8 ਪਦੇ ਨੇ, 8 ਨੂੰ ਜਦੋਂ ਤੁਸੀਂ 2 ਟਾਈਮ ਕਰੋਗੇ ਤੇ ਕੀ ਹੋਏਗਾ? 16 ਹੋ ਜਾਣਗੀਆਂ। 2 ਪੰਕਤੀਆਂ ਰਹਾਓ ਦੀਆਂ ਕਿੰਨੀਆਂ ਹੋ ਗਈਆਂ? 18 17। ਕਾਫੀ ਲੰਮੇਰਾ ਸ਼ਬਦ ਹੈ, ਇਸ ਲਈ ਆਪ ਨੇ ਪਾਠ ਸਰਵਨ ਕੀਤਾ। ਸੋ ਇਹ ਇੰਡੀਕੇਸ਼ਨ ਹੈ ਗੁਰੂ ਸਾਹਿਬ ਨੇ ਬੜੀ ਤਰਤੀਬ ਦੇ ਵਿੱਚ, ਕੋਈ ਵੀ ਚੀਜ਼ ਇਸ ਤਰ੍ਹਾਂ ਨਹੀਂ ਕਿ ਬਿਨਾਂ ਕਿਸੇ ਤਰਤੀਬ ਤੋਂ, ਮਤਲਬ ਪ੍ਰੋਪਰ ਵੇ ਦੇ ਨਾਲ, ਮੈਨਰਸ ਦੇ ਵਿੱਚ ਸਾਰੀ ਚੀਜ਼ ਰੱਖੀ ਗਈ ਹੈ ਸ਼ਬਦ ਗੁਰਬਾਣੀ ਦੇ ਵਿੱਚ। ਸੋ ਇਹਦੀ ਹਿਦਾਇਤ ਇੱਥੇ ਆ ਜਾਂਦੀ ਹੈ। ਹੁਣ ਇਸ ਰਾਗ ਸੋਰਠ ਵਿੱਚ ਗੁਰੂ ਅਮਰਦਾਸ ਸਾਹਿਬ ਦੇ ਪਾਵਨ ਸੰਦੇਸ਼ ਨੇ। ਨਾਨਕ ਜੋਤ ਦਾ ਤੀਸਰਾ ਜਾਮਾ। ਬਚਨ ਦਾ ਆਗਾਜ਼ ਮੁੱਖ ਸੁਨੇਹੇ ਦੇ ਪਦੇ ਤੋਂ, ਰਹਾਉ ਦੇ ਬੰਦ ਤੋਂ ਕਰਾਂਗੇ। ਗੁਰਦੇਵ ਜ਼ਿਕਰ ਕਰ ਰਹੇ ਨੇ, ਹਰ ਜੀਓ ਆਪੇ ਬਖਸ਼ ਮਿਲਾਏ, ਗੁਣਹੀਨ ਹਮ ਅਪਰਾਧੀ ਭਾਈ, ਪੂਰੇ ਸਤਿਗੁਰ ਲਏ ਰਲਾਏ। ਹਰ ਜੀਓ ਆਪੇ ਬਖਸ਼ ਮਿਲਾਏ। ਬੰਦੇ ਨੂੰ ਜਿਹੜੀ ਚੀਜ਼ ਰਨ ਕਰਦੀ ਹੈ, ਡਰਾਈਵ ਕਰਦੀ ਹੈ, ਉਹ ਹੈਗੀ ਈਗੋ, ਅਹੰਗ। ਇਹੀ ਮੇਨ ਡਰਾਈਵਰ ਹੈ ਸਾਡਾ। ਈਗੋ ਬੂਸਟ ਹੁੰਦੀ ਹੈ, ਬੰਦਾ ਅੱਗੇ ਵੱਧਦਾ ਹੈ। ਜੇ ਕਿਤੇ ਕਿਸੇ ਲੈਵਲ ਤੇ ਬੰਦੇ ਦੀ ਈਗੋ ਹਰਟ ਹੋ ਜਾਏ, ਬੰਦਾ ਜਾਂ ਐਂਗਰੀ ਹੋ ਜਾਂਦਾ ਹੈ ਜਾਂ ਫਰਸਟ੍ਰੇਸ਼ਨ 'ਚ ਚਲਾ ਜਾਂਦਾ ਹੈ। ਇਹ ਰੂਪਤਾ ਆਉਂਦੀ ਹੈ। ਮਗਰ ਇਹ ਹੈ ਕਿ ਡਰਾਈਵਿੰਗ ਫੋਰਸ ਕੋਈ ਬਹੁਤੀ ਚੰਗੀ ਨਹੀਂ ਹੈ। ਐਕਚੁਅਲ ਲੈਵਲ ਤੇ ਕੁਦਰਤ ਨੇ ਬੰਦੇ ਦੇ ਵਿੱਚ ਜਿਹੜਾ ਸਭ ਤੋਂ ਮਤਲਬ ਕੰਮ ਦਾ ਇੱਕ ਡਿਵਾਈਸ ਫਿੱਟ ਕੀਤਾ ਹੈ। ਮੈਂ ਮੈਂਟਲ ਹੈਲਥ ਦੀ ਗੱਲ ਕਰ ਰਿਹਾ, ਮੈਂਟਲੀ ਸਾਈਡ ਤੋਂ, ਫਿਜ਼ੀਕਲੀ ਨਹੀਂ, ਮਤਲਬ ਉਸ ਸਾਈਡ ਤੋਂ। ਉਹ ਹੈਗਾ ਤਾਂ ਇਨਸਟਿੰਕਟ, ਜਿਹਨੂੰ ਅਸੀਂ ਵਿਵੇਕ ਕਹਿੰਦੇ ਹਾਂ। ਲੇਟਰ ਔਰ ਸੂਨਰ ਉਹ ਵਿਵੇਕ ਜਿਹੜਾ ਹੈ ਉਹ ਕੰਮ ਕਰਦਾ ਹੈ। ਜਦੋਂ ਕੰਮ ਕਰਦਾ ਤਾਂ ਦੱਸਣਾ ਸ਼ੁਰੂ ਕਰ ਦਿੰਦਾ ਹੈ ਕਿ ਤੂੰ ਕੀ ਠੀਕ ਕਰ ਰਿਹਾ ਹੈ, ਜਾਂ ਕੀ ਠੀਕ ਕੀਤਾ ਹੈ, ਜਾਂ ਕੀ ਬੁਰਾ ਕੀਤਾ ਹੈ। ਜਦੋਂ ਉਹ ਲੈਵਲ ਆਉਂਦਾ, ਇਹ ਤੋਂ ਫਿਰ ਮਨੁੱਖਾਂ ਦੀ ਦੁਨੀਆ ਦੇ ਵਿੱਚ ਇੱਕ ਆਮ ਕਰਕੇ ਅੰਗਰੇਜ਼ੀ 'ਚ ਅਸੀਂ ਵਰਡ ਯੂਜ਼ ਕਰਦੇ ਹਾਂ ਗਿਲਟ, ਇਹ ਆਉਣਾ ਸ਼ੁਰੂ ਹੁੰਦਾ। ਗਿਲਟੀ। ਜਦੋਂ ਬੰਦੇ ਨੂੰ ਪਛਤਾਵਾ ਆਉਣਾ ਸ਼ੁਰੂ ਹੁੰਦਾ ਵੀ ਓਹੋ ਆਹ ਕੀ ਕਰ ਲਿਆ, ਆਹ ਕੀ ਹੋ ਗਿਆ। ਇਹਨੂੰ ਸਾਈਕੋਲੋਜੀਕਲੀ ਅਸੀਂ ਸਾਈਕੋਲੋਜੀਕਲ ਜਿਹੜੀ ਲੈਂਗੁਏਜ ਆ ਉਹਦੇ 'ਚ ਇਸ ਤਰ੍ਹਾਂ ਕਹਿੰਦੇ ਹਾਂ। ਸਰਲ ਐਗਜ਼ਾਮਪਲ ਦੇ ਦਿੰਦਾ ਇਹਦੀ, ਕਿਉਂਕਿ ਇਹ ਬਚਨ ਬੜੇ ਕਮਾਲ ਨੇ। ਗੁਰੂ ਅਮਰਦਾਸ ਸਾਹਿਬ ਸਰੀਖੀਆਂ ਰੂਹਾਂ ਲਿਖ ਰਹੀਆਂ ਨੇ, ਮਤਲਬ ਜਿਨ੍ਹਾਂ ਨੂੰ ਕਰਤਾਰ ਦੀ ਬਿਲਕੁਲ ਨੂਰ ਹੀ ਨੂਰ ਹੋ ਗਿਆ, ਜਿਨ੍ਹਾਂ ਨੂੰ ਹੂ ਆਰ ਕੰਪਲੀਟਲੀ ਐਨਲਾਈਟਡ,
those people has given these gifts to us. So ਅਸੀਂ ਉਹਨੂੰ ਅਮੇਜ਼ਡ ਵੀ ਨਹੀਂ ਕਰ ਉਸ ਲੈਵਲ ਤੇ ਅਸੀਂ ਵੀ ਕੈਨ ਨੋਟ ਈਵਨ ਐਕਚੁਅਲੀ ਜਿਹੜਾ ਹੈਗਾ ਅਸੀਂ ਇਮੈਜਿਨ ਵੀ ਨਹੀਂ ਕਰ ਸਕਦੇ ਕਿ ਕਿਹੋ ਜਿਹਦਾ ਕੈਲੀਬਰ ਹੋਏਗਾ। ਖੈਰ ਜਿਹੜੀ ਬੇਨਤੀ ਕਰਨ ਲੱਗਾ ਸੀਗਾ ਉਹ 'ਚ ਹੋਇਆ ਇਹ ਕਿ ਜਦੋਂ ਬੰਦੇ ਦੇ ਵਿੱਚ ਕੁਝ ਕਰ ਲਿਆ ਇਹੋ ਜਿਹਾ ਫਿਰ ਗਿਲਟ ਆ ਗਿਆ। ਸਾਈਕੋਲੋਜੀਕਲ ਲੈਂਗੁਏਜ 'ਚ ਇਹਨੂੰ ਕਿਹਾ ਜਾਂਦਾ ਹੈ ਕਿ ਜਿਵੇਂ ਸਾਡੇ ਕੋਲ ਸਮਾਰਟ ਡਿਵਾਈਸਿਸ ਨੇ ਅਤੇ ਸਮਾਰਟ ਡਿਵਾਈਸਿਸ ਨੂੰ ਅਸੀਂ ਚਲਾ ਰਹੇ ਹਾਂ, ਪਲੇ ਕਰ ਰਹੇ ਹਾਂ, ਕੁਝ ਵੀ ਕਰ ਰਹੇ ਹਾਂ, ਉਹਨੂੰ ਜਦੋਂ ਅਸੀਂ ਸਪੋਜ਼ ਕਰੋ ਕਮਾਂਡ ਦੇ ਰਹੇ ਹਾਂ, ਹੁਣ ਕਮਾਂਡ ਦੇਣ ਦੇ ਦੌਰਾਨ ਅਸੀਂ ਕਿਤੇ ਮਿਸਟੇਕ ਕਰ ਗਏ। ਹੁਣ ਮਿਸਟੇਕ ਐਸੀ ਕੀਤੀ ਕਿ ਉਹ ਜਿਹੜਾ ਸਮਾਰਟ ਡਿਵਾਈਸ ਸੀਗਾ ਉਹਨੇ ਕਮਾਂਡ ਲੈ ਲਈ, ਪਰ ਲੈਣ ਤੋਂ ਬਾਅਦ ਉਹ ਸਾਰੀ ਉਹਦੀ ਐਨਰਜੀ, ਟਾਈਮ, ਉਹ ਸਾਰੀ ਕਮਾਂਡ ਨੂੰ ਪ੍ਰੋਸੈਸ ਕਰਨ 'ਤੇ ਲੱਗਣਾ ਸ਼ੁਰੂ ਹੋ ਗਿਆ। ਹੁਣ ਹੋ ਕੀ ਰਿਹਾ ਹੈ ਕਿ ਉਹ ਜਿਹੜੀ ਸਾਡੀ ਪਹਿਲੀ ਕਮਾਂਡ ਹੈ ਉਹਨੂੰ ਹੀ ਪ੍ਰੋਸੈਸ ਕਰੀ ਜਾਂਦਾ ਹੈ, ਨੈਕਸਟ ਲੈ ਨਹੀਂ ਰਿਹਾ, ਨਾ ਉਹ ਚੱਲ ਰਿਹਾ ਨਾ ਉਹ ਬੰਦ ਹੈ। ਇਹਨੂੰ ਕਹਿੰਦੇ ਨੇ ਗਲਿਚ ਆ ਜਾਣਾ, ਸਾਈਕੋਲੋਜੀਕਲ ਗਲਿਚ, ਦੈਟ ਇਜ਼ ਗਿਲਟ। ਇਹ ਗਿਲਟ ਹੀ ਹੈ ਐਕਚੁਅਲੀ। ਬੰਦਾ ਨਾ ਤੇ ਮੂਵ ਔਨ ਹੋ ਰਿਹਾ ਹੈ, ਨਾ ਪਿੱਛੇ ਮੁੜ ਕੇ ਉਹਨੂੰ ਠੀਕ ਕਰ ਸਕਦਾ ਹੈ। ਸੋ ਜਿਹਨੂੰ ਕਹਿੰਦੇ ਆ ਸਟਕ, ਉੱਥੇ ਫਿਰ ਬੰਦਾ ਉਸ ਲੈਵਲ ਤੇ ਆ ਗਿਆ। ਇੱਥੇ ਇਹ ਸਭ ਤੋਂ ਮਾੜੀ ਦਸ਼ਾ ਹੈ ਜੀਵਨ ਦੀ। ਇੱਥੋਂ ਫਿਰ ਬੰਦਾ ਨਸ਼ਿਆਂ 'ਚ ਜਾਂਦਾ। ਆਪ ਦੇਖਦੇ ਹੋ ਤੁਸੀਂ, ਨਸ਼ੇ ਦੇ ਵਿੱਚ ਲੋਕ ਜਿਹੜੇ ਨੇ ਜਦੋਂ ਆਪਣੇ ਆਪ ਨੂੰ, ਕਿਉਂਕਿ ਹੋਸ਼ ਆਉਂਦਾ ਤੰਗ ਹੁੰਦੇ ਨੇ, ਗਿਲਟ ਤੰਗ ਕਰਦਾ, ਬੇਹੋਸ਼ੀ ਦੀ ਹਾਲਤ ਦੇ ਵਿੱਚ ਸਭ ਠੀਕ ਲੱਗਦਾ, ਕਿਉਂਕਿ ਬੰਦੇ ਦਾ ਜਿਹੜਾ ਇੰਸਟਿੰਕਟ ਜਾਂ ਵਿਜ਼ਡਮ ਹੈ ਉਹ ਉਹਨੂੰ ਉਸ ਲੈਵਲ ਤੋਂ ਉਨੀ ਬੌਦਰ ਨਹੀਂ ਕਰਦੀ। ਸਪੋਜ਼ ਤੁਸੀਂ ਆਪ ਇਹ ਦੇਖੋ, ਜਿਸ ਕਿਸਮ ਦੇ ਅਸੀਂ ਵਰਲਡ ਨੂੰ, ਜਿਹੋ ਜਿਹਾ ਸੰਸਾਰ ਬਣਾ ਲਿਆ ਅਸੀਂ, ਬੜਾ ਕੰਪੈਟੀਟਿਵ, ਬੜਾ ਕੰਪੀਟੀਸ਼ਨ ਵਾਲਾ ਵਰਲਡ ਬਣਾ ਲਿਆ। ਇਹਦੇ ਵਿੱਚ ਜਿਹੜੇ ਟੌਪ ਤੇ ਜਾਣਗੇ ਉਹਨਾਂ ਦੀ ਜੈ ਜੈਕਾਰ ਹੋ ਰਹੀ ਹੈ, ਜਿਹੜੇ ਥੋੜੇ ਜਿਹੇ ਥੱਲੇ ਰਹਿ ਗਏ ਉਹਨਾਂ ਨੂੰ ਫੀਲ ਹੋਏਗਾ ਵੀ ਉਹ ਕਾਈਂਡ ਆਫ ਫੇਲੀਅਰ, ਆਪਾਂ ਤੇ ਬੜੀ ਪਿੱਛੇ ਰਹਿ ਗਏ। ਸੋ ਇੱਥੋਂ ਇੱਕ ਵੱਡੇ ਲੈਵਲ ਤੇ ਫੀਲਿੰਗ ਆ ਰਹੀ ਹੈ, ਇਹ ਫੇਲੀਅਰ ਕਾਈਂਡ ਆਫ ਫੀਲਿੰਗ ਦੁਨੀਆ ਪੱਧਰ ਦੇ ਵਿੱਚ। ਫਿਰ ਉਹਨੂੰ ਆਖਰਕਾਰ ਹੈਂਡਲ ਕਰਨ ਵਾਸਤੇ ਕੁਛ ਤੇ ਚਾਹੀਦਾ ਨਾ। ਸਰਕਾਰਾਂ ਨੇ ਕਿਹਾ ਕੋਈ ਗੱਲ ਨਹੀਂ, ਰੀਕ੍ਰੀਏਸ਼ਨ ਮੈਰੂਆਨਾ ਦੇਣੇ ਤੁਹਾਨੂੰ, ਹੈਵ ਇਟ ਐਂਡ ਫੀਲ ਐਵਰੀਥਿੰਗ ਇਜ਼ ਓਕੇ। ਇੱਥੋਂ ਆ ਰਿਹਾ। ਨਹੀਂ ਤੇ ਬੰਦੇ ਨੂੰ ਕੀ ਐਕਸਟਰਾ ਇਹਦੀ ਜ਼ਰੂਰਤ ਪੈ ਗਈ। ਐਕਚੁਅਲ ਲੈਵਲ ਤੇ ਬੰਦਾ ਪਸ਼ਮੀਨ ਹੈ। ਤੁਹਾਨੂੰ ਕਿਹਾ ਜਾ ਰਿਹਾ ਕਿ ਭਾਈ ਤੂੰ ਫੀਲ ਗੁੱਡ ਕਰ, ਫੀਲ ਗੁੱਡ ਨਹੀਂ ਕਰੇਗਾ ਤੇ ਉਹ ਜੀ ਨਹੀਂ ਸਕੇਗਾ, ਉਹਦੇ ਲਈ ਤੇ ਮਤਲਬ ਜਿਹੜੀ ਹੈ ਜ਼ਿੰਦਗੀ ਬੋਝ ਬਣ ਜਾਏਗੀ। ਸੋ ਇਹ ਗਿਲਟ ਜਿਹੜਾ ਹੈ ਇਹ ਬਹੁਤ ਛੋਟੇ ਲੈਵਲ ਤੋਂ ਵੀ ਹੋ ਜਾਂਦਾ ਹੈ ਕਿ ਜਦੋਂ ਬੰਦਾ ਸੋਚਦਾ ਇੱਕ ਲੈਵਲ ਹੋਰ ਦੇਖਣਾ, ਅਸੀਂ ਇੱਕ ਕੰਪੈਰੀਜ਼ਨ ਵਿੱਚ ਵੀ ਜੀਨੇ ਹਾਂ। ਇੱਕੋ ਜਮਾਤ ਵਿੱਚ ਪੜ੍ਹੇ, ਇੱਕੋ ਜਮਾਤ ਵਿੱਚ ਪੜ੍ਹਦਿਆਂ ਹੋਇਆਂ ਦੇਖਦੇ ਹਾਂ ਵੀ ਉਹੀ ਟੀਚਰ ਪੜ੍ਹਾ ਰਿਹਾ, ਉਹੀ ਕਿਤਾਬਾਂ ਮੇਰੇ ਕੋਲ ਨੇ, ਉਹੀ ਦੂਜੇ ਕੋਲ ਨੇ, ਉਹ 90+ ਜਾ ਰਿਹਾ, ਮੈਂ 60 ਵੀ ਬੜੀ ਮੁਸ਼ਕਿਲ ਨਾਲ ਲੈ ਰਿਹਾ। ਵਾਟਸ ਰੋਂਗ ਵਿਦ ਮੀ। ਹੁਣ ਆਹ ਜਿਹੜਾ ਤਰੀਕਾ ਹੈ ਇਹਦੇ ਨਾਲ ਬੰਦਾ ਆਪਣੇ ਆਪ ਨੂੰ ਜਸਟਿਸ ਨਹੀਂ ਕਰ ਸਕੇਗਾ। ਜਿਹਨੂੰ ਸਾਹਿਬ ਨੇ ਅਸੀਂ ਕਰ ਕਰ ਅਨਰਥ ਬਿਹਾਜੀ ਸੰਪੈ, ਅਨਰਥ ਕਰਨਾ ਬਾਹਰ ਤੇ ਕਿਸੇ ਨਾਲ ਬਾਅਦ ਚ ਕਰਾਂਗੇ, ਪਹਿਲਾਂ ਆਪਣੇ ਆਪ ਨਾਲ ਕਰਦੇ ਹਾਂ। ਸੌਰੀ ਟੂ ਸੇ, ਮੈਂ ਇੱਕ ਪਲ ਤੁਹਾਡਾ ਫਿਰ ਲਵਾਂਗਾ। ਅਸੀਂ ਕਾਉਂਸਲਿੰਗ ਦੇ ਵਿੱਚ ਇੱਕ ਖਾਸ ਕਰਕੇ ਸਾਡਾ ਟੂਲ ਹੁੰਦਾ, ਉਹਨੂੰ ਅਸੀਂ ਕਹਿੰਦੇ ਹਾਂ ਮਿਰਰ ਕਰਨਾ। ਸੋ ਡੂ ਸਮ ਕਾਈਂਡ ਆਫ ਮਿਰਰ ਐਕਟੀਵਿਟੀਜ਼। ਹੁਣ ਉਹ 'ਚ ਹੁੰਦਾ ਹੈ ਕਿ ਖਾਸ ਕਰਕੇ ਯੂਥ ਨੂੰ ਜਦੋਂ ਅਸੀਂ ਐਡਰੈਸ ਕਰਦੇ ਹਾਂ ਅਤੇ ਯੰਗ ਬੱਚੇ ਨੇ ਕਿਤੇ ਫਿਟ ਇਨ ਨਹੀਂ ਹੋ ਰਹੇ ਸਕੂਲ ਦੇ ਵਿੱਚ, ਕਿਸੇ ਰੂਪ ਦੇ ਵਿੱਚ ਐਂਟੀ ਸੋਸ਼ਲ ਕਾਈਂਡ ਆਫ ਐਲੀਮੈਂਟ ਨਾਲ ਜੁੜ ਰਿਹਾ ਹੈਗਾ, ਉਹੋ ਜਿਹਾ ਬਿਹੇਵੀਅਰ ਆ ਰਿਹਾ ਹੈਗਾ, ਉਹਨਾਂ ਨੂੰ ਇੱਕ ਪਲ ਹੀ ਕਹੀਦਾ ਵੀ ਓਕੇ, ਆਪਣੇ ਬਾਰੇ ਜੋ ਤੁਸੀਂ ਖੁਦ ਬੋਲਣਾ ਚਾਹੋ ਆਊਟ ਲਾਊਡ, ਸ਼ੀਸ਼ੇ ਦੇ ਸਾਹਮਣੇ ਖੜੇ ਹੋ ਕੇ ਆਪਣੇ ਆਪ ਨੂੰ ਦੇਖ ਕੇ ਕਹੋ। ਅਸੀਂ ਉਹਨੂੰ ਫਿਰ ਜਿਹੜਾ ਹੈਗਾ ਨਾਲ ਦੀ ਨਾਲ ਰਾਈਟ ਡਾਊਨ ਕਰਦੇ ਹਾਂ, ਲਿਖਦੇ ਹੈਗੇ ਹਾਂ। 95% ਕੇਸਿਸ 'ਚ ਇਹ ਮਿਲਦਾ ਹੈਗਾ। ਕਿਤੇ ਕੋਈ ਹੈਜ਼ੀਟੇਟ ਕਰ ਜੇ, ਚੁੱਪ ਰਹਿ ਜੇ, ਨਹੀਂ ਜਦੋਂ ਕੋਈ ਬੋਲਦਾ ਆਪਣੇ ਆਪ ਬਾਰੇ ਵੇਖਿਆ, ਲਫ਼ਜ਼ ਨਿਕਲੇਗਾ ਲੂਜ਼ਰ, ਲਫ਼ਜ਼ ਨਿਕਲੇਗਾ ਬੈਡ। ਮੈਂ ਬੜੇ ਸਿੰਪਲ ਜੇ ਕਹਿ ਰਿਹਾ, ਇਸ ਤੋਂ ਵੀ ਜ਼ਿਆਦਾ ਮਾੜੇ ਨਿਕਲਦੇ ਨੇ। ਲਫ਼ਜ਼ ਨਿਕਲੇਗਾ ਗਾਰਬੇਜ, ਵੇਸਟੇਜ ਆਫ ਲਾਈਫ। ਇਸ ਤਰੀਕੇ ਦੇ ਨਾਲ
ਫਿਰ ਉਹ ਸਾਰੇ ਵਰਡ ਅਸੀਂ ਇਸ ਤਰੀਕੇ ਨਾਲ ਲਿਖ ਲੈਂਦੇ ਹਾਂ ਤੇ ਫਿਰ ਉਹਨੂੰ ਅਹਿਸਾਸ ਕਰਾਉਂਦੇ ਹਾਂ ਕਿ ਅੱਛਾ ਤੂੰ ਆਪ ਆਪਣੇ ਬਾਰੇ ਆ ਸਾਰਾ ਕੁਝ ਕਹਿ ਰਿਹਾ, ਸਾਰਾ ਕੁਝ ਸੋਚ ਰਿਹਾ ਹੈ, ਲੋਕ ਤੇਰੇ ਬਾਰੇ ਕੀ ਕਹਿਣਗੇ ਫਿਰ? You know, if you're not having any respect for yourself in your own eyes, then how come? Why do people pay respect to you? ਇੱਥੋਂ ਫਿਰ ਬਾਤ ਨਿਕਲਦੀ ਹੈ। ਫਿਰ ਇਹ ਜਿਹੜਾ ਖਾਸ ਕਰਕੇ ਕਹਿੰਦੇ ਨੇ ਵੀ ਲਿਵਿੰਗ ਵਿਦ ਡਿਗਨਿਟੀ, ਇਹ ਰੰਗ ਜਿਹੜਾ ਹੈ, ਤੇ ਇਹਦੇ ਲਈ ਕੋਈ ਫੇਕ ਨਹੀਂ ਚਾਹੀਦਾ, ਕੁਛ ਰੀਅਲ ਚਾਹੀਦਾ ਹੈਗਾ। ਉਹ ਰੀਅਲ ਜਿਹੜਾ ਉਹ ਹੈ ਤੁਹਾਡੇ ਗੁਣ, ਤੁਹਾਡਾ ਜੀਵਨ ਦਾ ਅਮਲ, ਤੁਹਾਡੇ ਜੀਵਨ ਦੀ ਸ਼ੁੱਧਤਾ। ਇਹ ਬੰਦੇ ਨੂੰ ਹੌਲੀ ਹੌਲੀ ਕਰਕੇ ਅਰਨ ਕਰਨੀ ਪੈਂਦੀ ਹੈ, ਅਟੇਨ ਕਰਨੀ ਪੈਂਦੀ ਹੈ। ਜਿਹੜੇ ਸਪਿਰਿਚੁਅਲ ਇਹਦੇ 'ਚ ਮੋਜੂਅਲਸ ਜਾਂ ਸਪਿਰਿਚੁਅਲ ਇਹਦੀਆਂ ਜਿਹੜੀਆਂ ਐਕਸਰਸਾਈਜ਼ਸ ਨੇ, ਇਹ ਫਿਰ ਹੈਲਪ ਕਰਦੀਆਂ ਨੇ ਤੁਹਾਨੂੰ। ਇਹ ਅੱਜ ਦੀ ਤਾਰੀਖ ਦੇ ਵਿੱਚ ਇਹ ਲੈਂਗੁਏਜ ਅੱਜ ਦੀ ਆ ਰਹੀ ਸਾਰੀ ਦੀ ਸਾਰੀ। ਬਾਬਾ ਅਮਰਦਾਸ ਜੀ ਸਾਨੂੰ ਜੋ ਸਮਝਾ ਰਹੇ ਨੇ ਉਹਨੂੰ ਤੁਸੀਂ ਬੜੇ ਧਿਆਨ ਨਾਲ ਦੇਖੋ। ਜਿਹੜਾ ਸ਼ਬਦ ਅਸੀਂ ਪੜ੍ਹ ਰਹੇ ਸੀਗੇ, ਬਾਬਾ ਅਮਰਦਾਸ ਜੀ ਜ਼ਿਕਰ ਕਰਦੇ, ਹਰ ਜੀਓ ਆਪੇ ਬਖਸ਼ ਮਿਲਾਏ। ਬੰਦਾ ਆਪਣੇ ਵੱਲ ਵੇਖੇ ਕਿ ਮੈਂ ਤੇ ਕੁਛ ਨਹੀਂ ਹੈਗਾ, ਆਮ ਡਨ, ਆਪਾਂ ਤੇ ਕੁਛ ਨਹੀਂ ਕਰ ਸਕਦੇ। ਮੋਸਟਲੀ ਲੋਕ ਇਹੀ ਕਹਿੰਦੇ ਨੇ, ਕਿਉਂਕਿ ਆਲਾ ਦੁਆਲਾ ਐਵੇਂ ਦਾ, ਮਾਹੌਲ ਐਵੇਂ ਦਾ ਹੈਗਾ। ਇਸ ਵਗਦੇ ਜੀਵਨ ਦੇ ਦਰਿਆ ਦੇ ਵਿੱਚ ਐਸੇ ਬੰਦਾ ਕੰਮ ਕਰ ਜਾਂਦਾ, ਫਿਰ ਮੁੜ ਕੇ ਪਿੱਛੇ ਮੁੜ ਕੇ ਦੇਖਦਾ ਵੀ ਸੋਚਦਾ ਵੀ ਨੋ ਮੇਰੇ ਤੋਂ ਤਾਂ ਠੀਕ ਨਹੀਂ ਹੋ ਸਕਣਾ ਕੁਛ ਵੀ, ਜਾਂ ਓਪਰਚੁਨਿਟੀ ਮਿਸ ਕਰ ਗਿਆ, ਜਾਂ ਉਹੋ ਜਿਹਾ ਕੋਈ ਜੀਵਨ ਕਰਮ ਕਰ ਗਿਆ ਸਭ ਰੂਪਾਂ ਦੇ ਵਿੱਚ। ਪਰ ਗੁਰੂ ਅਮਰਦਾਸ ਸਾਹਿਬ ਕਹਿੰਦੇ ਘਬਰਾ ਨਾ, ਉਹ ਬੜਾ ਬੇਅੰਤੀ, ਇਤਨਾ ਬੇਅੰਤ ਹੈ ਕਿ ਉਹ ਜੋ ਕੋਈ ਮਾੜਾ ਵੀ ਹੈ, ਕੋਝਾ ਵੀ ਹੈ, ਭੈੜਾ ਵੀ ਹੈ, ਜਿਹਦੇ ਵਿੱਚ ਸਭ ਕੁਝ ਗਲਤ ਵੀ ਹੋ ਚੁੱਕਾ, ਔਗਣ ਵੀ ਆ ਚੁੱਕੇ ਨੇ, ਉਹਨਾਂ ਔਗਣਾਂ ਨੂੰ ਬਖਸ਼ ਕੇ ਫਿਰ ਆਪਣੇ ਵਰਗਾ ਬਣਾ ਲੈਂਦਾ ਉਹ। ਇਹ ਹੈ, ਇਹ ਕਹਿੰਦੇ ਨੇ ਪਤਿਤ ਨੂੰ ਪਾਵਨ ਕਰਨ ਵਾਲਾ। ਇਹ ਰੂਪ ਜਿਹੜਾ ਹੈਗਾ ਪਵਿੱਤਰ ਨੂੰ ਤੇ ਉਹ ਪੁਨੀਤ ਕਰਦਾ ਹੀ ਹੈ। ਅਸੀਂ ਬਚਨ ਪੜ੍ਹਦੇ ਨੇ, ਪਵਿੱਤਰ 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 ਪੁਨੀਤ, ਉਹ ਤੇ ਕਰ ਹੀ ਲੈਂਦਾ ਉਹਨੂੰ। ਪਰ ਜਿਹੜਾ ਪਤਿਤ ਆ, ਪਤਿਤ ਨੂੰ ਵੀ ਪਾਵਨ ਕਰ ਦਿੰਦਾ ਇਹ ਵੀ, ਕਿਉਂਕਿ ਉਹ ਆਪੇ ਬਖਸ਼, ਉਹਦਾ ਆਪਣਾ ਸੁਭਾਅ ਹੈ, ਇਸ ਰੂਪ ਵਿੱਚ ਉਹ ਕਰਦਾ ਹੈਗਾ। ਜਿਵੇਂ ਪਾਰਸ ਦਾ ਸੁਭਾਅ ਹੈ ਕਿ ਪਾਰਸ ਨਾਲ ਕੋਈ ਚੀਜ਼ ਛੂੰਹਦੀ ਹੈ ਤੇ ਪਾਰਸ ਉਸ ਛੂਹਣ ਵਾਲੀ ਚੀਜ਼ ਨੂੰ ਨਹੀਂ ਦੇਖਦਾ, ਇਹ ਸੋਨਾ ਆ, ਇਹ ਪਿੱਤਲ ਆ, ਇਹ ਤਾਂਬਾ ਆ, ਉਹ ਕੋਈ ਧਾਤ ਹੋਏ, ਜਸਟ ਕੋਈ ਚੀਜ਼ ਨਾਲ ਛੂ ਗਈ, ਉਹਨੇ ਉਹਨੂੰ ਸੋਨਾ ਕਰ ਦੇਣਾ ਹੈਗਾ। ਸੋ ਐਗਜ਼ੈਕਟਲੀ ਗੁਰੂ ਅਮਰਦਾਸ ਸਾਹਿਬ ਨੇ ਬਾਤ ਕੀਤੀ, ਹਰ ਜੀਓ ਆਪੇ ਬਖਸ਼ ਮਿਲਾਏ, ਗੁਣਹੀਨ ਹਮ ਅਪਰਾਧੀ ਭਾਈ, ਪੂਰੇ ਸਤਿਗੁਰ ਲਹਿ ਰਲਾਏ। ਗੁਣਹੀਨ ਹਮ ਅਪਰਾਧੀ ਭਾਈ, ਗੁਣਾ ਤੋਂ ਹੀਣਾ। ਇੱਕ ਰੰਗ ਹੋਰ ਲੈਣਾ, ਦੁਨੀਆ ਇੱਥੇ ਹਾਲਾਂਕਿ ਰੇਸ਼ਿਜ਼ਮ ਦੀਆਂ ਗੱਲਾਂ ਹੁੰਦੀਆਂ ਨੇ, ਮਤਲਬ ਰੇਸ ਦੇ ਅਕੋਰਡਿੰਗਲੀ, ਜਾਂ ਕਲਰ ਬੇਸਡ ਡਿਸਕ੍ਰਿਮੀਨੇਸ਼ਨ ਦੀ ਗੱਲ ਹੁੰਦੀ ਹੈਗੀ ਏ। ਲੋਕੀ ਰੰਗ ਨੂੰ, ਸ਼ਕਲ ਨੂੰ, ਇਹਨਾਂ ਚੀਜ਼ਾਂ ਨੂੰ ਬਾਹਰ ਤਰਜੀਹ ਦਿੰਦੇ ਨੇ। ਪਰ ਡੀਪ ਲੈਵਲ 'ਤੇ ਜਦੋਂ ਜਾਓਗੇ, ਪੂਰੀ ਦੁਨੀਆ ਦਾ ਸਿਸਟਮ, ਨਿਜ਼ਾਮਤ ਜਿਹੜੀ ਹੈ, ਇਹ ਬੰਦੇ ਦੇ ਵਿਹਾਰ 'ਤੇ ਚੱਲਦੀ ਹੈ। ਕਿਹਾ ਜਾਂਦਾ ਹੈ ਇੱਥੇ ਚੰਮ ਨਹੀਂ ਕੰਮ ਵੇਖਿਆ ਜਾਂਦਾ ਜੀ। ਡੀਪ ਲੈਵਲ 'ਤੇ ਬਾਤ ਇਹ ਸੱਚ ਹੈ। ਜੇ ਸੰਸਾਰ ਨੂੰ ਵੇਖੋਗੇ ਤੇ ਇੱਥੇ ਗੁਣ ਨੂੰ ਹੀ ਕਦਰ ਆ। ਬੰਦਾ ਕਹਿੰਦਾ ਮੈਂ ਕਦਰ ਧਾਰਨ ਕਰਨੀ ਹੈ, ਭਾਈ ਗੁਣ ਗ੍ਰਹਿਣ ਕਰ। ਲੇਟਰ ਔਰ ਸੂਨਰ ਗੁਣ ਦੇ ਗੋਣਾ ਸਪੀਕ ਦੈਮਸੈਲਵਸ, ਯੂ ਡੋਂਟ ਹੈਵ ਟੂ ਕੇਅਰ ਅਬਾਊਟ ਇਟ। ਇੱਕ ਲਿਟਰਲ ਐਗਜ਼ਾਮਪਲ ਰੂਪ ਵਿੱਚ ਬਾਤ ਕਰਾਂ, ਕਈ ਵਾਰੀ ਫਿਲੋਸਫੀਕਲ ਬਾਤ ਭਾਰੀ ਲੱਗਦੀ ਹੈ। ਮੇਰੇ ਮਿੱਤਰ ਨੇ ਤੇ ਨਿਊਜ਼ੀਲੈਂਡ ਦੇ ਵਿੱਚ, ਕਾਫੀ ਏਜਡ ਨੇ ਮੇਰੇ ਤੋਂ, ਤੇ ਆਲਮੋਸਟ ਸਾਡੇ ਫਾਦਰ ਸਾਹਿਬ ਦੀ ਏਜ ਦੇ ਬੰਦੇ ਨੇ। 70ਵਿਆਂ ਦੇ ਵਿੱਚ ਇੰਜੀਨੀਅਰਿੰਗ ਕੀਤੀ ਇੰਗਲੈਂਡ ਤੋਂ, UK ਤੋਂ। ਸਾਰੀ ਫੈਮਿਲੀ ਉੱਥੇ ਸੀਗੀ। ਕਲਚਰ ਬਦਲਿਆ ਸੀਗਾ, ਪਬ ਕਲਚਰ 4 ਚੁਫੇਰੇ ਡਿਵੈਲਪ ਹੋ ਰਿਹਾ। ਅੰਦਰ ਸਿੱਖੀ ਦੀ ਪ੍ਰੀਤ ਸੀ ਕੁਝ। ਸੋਚਿਆ ਨੋ, ਆਈ ਡੋਂਟ ਵਾਂਟ ਟੂ ਐਕਚੁਅਲੀ raise my family here. No, I cannot actually tolerate all that kind of culture. I have to leave. ਜਾਵਾਂਗਾ ਕਿੱਥੇ ਜੀ? ਅਮਰੀਕਾ ਆਇਆ, ਅਮਰੀਕਾ ਉਸ ਤੋਂ ਬੁਰਾ ਹਾਲ। ਖੈਰ ਉਸ ਸਮੇਂ ਆਸਟ੍ਰੇਲੀਆ ਚਲੇ ਗਏ ਵਿਜ਼ਿਟ ਕਰਨ ਲਈ। ਆਸਟ੍ਰੇਲੀਆ ਵੀ ਕੁਝ ਠੀਕ ਨਹੀਂ ਲੱਗਾ। ਸੋਚਿਆ ਕੋਈ ਨਾ UK ਜਾ ਕੇ ਕਿਸੇ ਕੰਟਰੀ ਸਾਈਡ ਜਾ ਕੇ ਘਰ ਵਗੈਰਾ ਦੇਖਦਾ ਇਸ ਤਰੀਕੇ ਨਾਲ। ਤਾਂ ਹੀ ਤੇ ਆਸਟ੍ਰੇਲੀਆ ਦੇ ਨਾਲ, ਪੈਸੀਫਿਕ ਦੇ ਨਾਲ ਬਿਲਕੁਲ, ਨਿਊਜ਼ੀਲੈਂਡ ਛੋਟਾ ਜਿਹਾ ਇੱਕ ਜਜ਼ੀਰਾ ਹੈਗਾ, ਆਈਲੈਂਡ, ਉੱਥੇ ਚਲੇ ਗਏ। ਉੱਥੋਂ ਦੀ ਅੱਜ ਦੀ ਪਾਪੂਲੇਸ਼ਨ ਵੀ ਕੋਈ 45 ਲੱਖ ਹੈ, ਤਾਂ ਉਦੋਂ ਤੇ ਬਹੁਤ ਥੋੜ੍ਹੀ ਜਿਹੀ ਸੀ। ਜਾ ਕੇ ਦੇਖਿਆ, ਬੜਾ ਚੰਗਾ ਲੱਗਾ। ਛੋਟੀ ਜਿਹੀ ਕਮਿਊਨਿਟੀ ਹੈ, ਬਹੁਤੀ ਕਮਿਊਨਿਟੀ ਰਿਟਾਇਰਡ ਹੈਗੀ ਏ,
ਬੜਾ ਵਧੀਆ ਕਲਚਰ ਹੈ। ਕਹਿੰਦੇ ਹਾਂ ਠੀਕ ਹੈ, ਦੈਟ ਇਜ਼ ਦਾ ਪਲੇਸ ਫॉर ਲਿਵਿੰਗ। ਹੁਣ ਤੇ ਬਹੁਤ, ਅੱਜ ਅਸੀਂ 2018 ਦੀ ਗੱਲ ਕਰਦੇ ਹਾਂ, 1970 ਦੀ ਗੱਲ ਕੀਤੀ, ਜੇ ਕੋਈ 50 ਸਾਲ ਪਿੱਛੇ ਚਲੇ ਜਾਓ, ਅਰਾਊਂਡ 50 ਈਅਰਸ, ਉਸ ਵਕਤ ਜਦੋਂ ਉੱਥੇ ਗਏ ਤੇ ਉਹਨਾਂ ਨੇ ਯੂਕੇ ਤੋਂ ਇੰਜੀਨੀਅਰਿੰਗ ਕੀਤੀ ਬੰਦੇ ਨੂੰ। ਉਸ ਸਮੇਂ ਇੰਜੀਨੀਅਰਿੰਗ ਦੀ ਬੜੀ ਵੈਲਿਊ ਸੀਗੀ। ਕਿਸੇ ਫਰਮ ਦੇ ਵਿੱਚ ਕਿਸੇ ਨੇ ਮਤਲਬ ਰੈਫਰੈਂਸ ਦੇ ਨਾਲ ਜੌਬ ਅਪਲਾਈ ਕਰਵਾਈ, ਉਹਨਾਂ ਨੇ ਕਿਹਾ ਦੈਟਸ ਗੁੱਡ। ਕੌਣ ਹੁੰਦਾ ਇੰਨਾ ਪੜ੍ਹਿਆ ਲਿਖਿਆ, ਤਾਂ ਲੋਕ ਛੱਡ ਕੇ ਆਸਟ੍ਰੇਲੀਆ ਅਮਰੀਕਾ ਜਾਂਦੇ ਨੇ। ਉਹਨਾਂ ਨੇ ਇੰਟਰਵਿਊ ਵਾਸਤੇ ਇੰਟਰਵਿਊ ਕਾਲ ਕਰ ਲਈ, ਚਲੇ ਗਏ ਉੱਥੇ। ਜਦੋਂ ਗਏ ਉੱਥੇ ਤੇ ਕੰਪਨੀ ਮੈਨੇਜਰ ਸੀਗਾ, ਉਹਨੇ ਦੇਖਿਆ ਬੰਦਾ ਜਟਾ ਜੂਟ ਆ, ਵੱਖਰਾ ਸਰੂਪ ਆ, ਕਲਰ ਵੀ ਬਰਾਊਨ ਆ, ਹੀ ਇਜ਼ ਨੋਟ ਗੋਨਾ ਫਿਟ ਇਨ ਆਵਰ ਫੈਕਟਰੀ ਇਨਵਾਇਰਮੈਂਟ। ਫਿਰ ਵੀ ਉਹਨੇ ਕਿਹਾ ਚਲੋ ਹੁਣ ਬੰਦੇ ਨੂੰ ਬੁਲਾਇਆ ਹੈਗਾ, ਐਟਲੀਸਟ ਇੰਟਰਵਿਊ ਤੇ ਕਰਨਾ ਚਾਹੀਦਾ ਨਾ। ਇੰਟਰਵਿਊ ਕੀਤਾ ਤੇ ਪਤਾ ਲੱਗਾ ਬੰਦਾ ਕਾਬਲ ਹੈ, ਵਰਥ ਹੈ ਇਹਨੂੰ ਹਾਇਰ ਕਰਨਾ। ਜਦੋਂ ਇਸ ਰੂਪ ਵਿੱਚ ਬਾਤ ਆਈ, ਉਹ ਹਾਇਰ ਕਰਨ ਵਾਸਤੇ ਤਿਆਰ ਹੋ ਗਿਆ। ਉਹ ਕਹਿੰਦਾ ਵੀ ਮੈਂ ਤੈਨੂੰ ਹਾਇਰ ਕਰ ਰਿਹਾ, but at the same time I have feeling you might not stay with us. I have this kind of feeling. ਉਹ ਕਹਿੰਦੇ ਉਹ ਕਿਉਂ? ਕਹਿੰਦੇ ਇਸ ਕਰਕੇ ਕਿਉਂਕਿ ਸਾਰੇ ਬੰਦੇ ਦੂਜੀ ਤਰ੍ਹਾਂ ਦੇ ਨੇ, ਤੇ ਇਸ ਕਰਕੇ ਦੂਜੀ ਤਰ੍ਹਾਂ ਦੇ ਬੰਦੇ ਹੋਣ ਕਰਕੇ ਤੇਰੇ 'ਚ ਕੋਈ ਕਮੀ ਨਾ ਹੋਏ। ਇੱਕ ਕਮੀ ਤੇਰੇ 'ਚ ਪੱਕੀ ਰਹੇਗੀ, ਦੂਜਿਆਂ ਤੋਂ ਵੱਖਰਿਆਂ ਤੋਂ। ਮਾੜੀ ਜਿਹੀ ਵੀ ਕਿਤੇ ਗਲਤੀ ਕੁਝ ਹੋ ਗਿਆ ਤੇਰੇ ਵੱਲੋਂ, ਤੇ ਤੂੰ ਤੇ ਰਾਈਟ ਵੇ ਉਸੇ ਵਕਤ ਜਿਹੜੇ ਤੇਰੇ ਉੱਤੇ ਜਿਹੜਾ ਹੈਗਾ ਉਂਗਲ ਰੱਖੀ ਜਾਏਗੀ ਵੀ ਇਹ ਬੰਦਾ ਕਲਪ੍ਰੀਟ ਹੈਗਾ ਇਸ ਰੂਪ ਦੇ ਵਿੱਚ। ਇਸ ਲਈ ਤੈਨੂੰ ਐਕਸਟਰਾ ਜਿਹੜਾ ਹੈਗਾ ਪ੍ਰੀਕਾਸ਼ਨਸ ਲੈਣੇ ਪੈਣਗੇ। ਉਹ ਸਰਦਾਰ ਸਾਹਿਬ ਕਹਿੰਦੇ ਮੈਂ ਤਿਆਰ ਹਾਂ, ਆਮ ਰੈਡੀ, ਐਂਡ ਥੈਂਕ ਯੂ ਫॉर ਰਿਮਾਈਂਡਿੰਗ ਮੀ ਆਲ ਦੈਟ, ਬਟ I have actually enough preparation for it. I had done before actually coming on this interview. ਉਹ ਕਹਿੰਦਾ ਠੀਕ ਹੈ। ਜੌਬ ਸ਼ੁਰੂ ਹੋ ਗਈ। ਹੁਣ ਜੌਬ ਸ਼ੁਰੂ ਹੋਈ ਤੇ ਸ਼ੁਰੂ ਦੇ ਵਿੱਚ ਜਿਹੜੇ ਕੋਵਰਕਰ ਸੀਗੇ, ਕੁਲੀਗ ਸੀਗੇ, ਕਿਉਂਕਿ ਕੋਲੋਨੀਅਲ ਪੀਰੀਅਡ ਦੀ ਮੈਂਟੈਲਿਟੀ ਵਿੱਚ ਸੀਗੇ ਲੋਕ ਵੱਡੇ ਲੈਵਲ ਤੇ, ਕਿ ਇਹ ਲੋਕ ਥਰਡ ਵਰਲਡ ਕੰਟਰੀਜ਼ ਤੋਂ ਬਿਲੋਂਗ ਕਰਦੇ ਨੇ, ਇਹ ਲੋਕ ਇਹਨਾਂ ਕੋਲ ਐਬਿਲਿਟੀ ਨਹੀਂ ਹੈਗੀ, ਇਹ ਲੋਕ ਇਸ ਕਿਸਮ ਦੇ ਨਾਲ। ਜਿਵੇਂ ਹੀ ਉਹ ਤੁਰੇ ਤੇ ਸਭ ਤੋਂ ਛੋਟੀ ਉਮਰ ਦਾ ਬੰਦਾ, ਸਭ ਤੋਂ ਜਿਹੜਾ ਹੈਗਾ ਉਹਨਾਂ ਸਾਰਿਆਂ ਤੋਂ ਜੂਨੀਅਰ, ਤੇ ਉਹਨਾਂ ਸਾਰਿਆਂ ਤੋਂ ਘੱਟ ਐਕਸਪੀਰੀਅੰਸ ਦੇ ਨਾਲ ਉਹਨਾਂ ਤੋਂ ਵੱਡੀਆਂ ਪੋਜੀਸ਼ਨ ਤੇ ਜਾ ਰਿਹਾ। They have some kind of envy complex. They have some kind of jealous with him, but he was able to actually ਕੰਮ ਕਰੀ ਗਏ ਉੱਥੇ ਉਸ ਰੂਪ ਦੇ ਵਿੱਚ। ਖੈਰ 6 ਮਹੀਨੇ ਐਸੇ ਬਤੀਤ ਹੋਏ, ਮੈਨੇਜਮੈਂਟ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਉਸ ਰੂਪ ਦੇ ਵਿੱਚ। ਹੁਣ ਕੀ ਹਾਲਤ ਬਣੀ? ਉਹ ਕਹਿੰਦੇ ਕਿ 6 ਮਹੀਨੇ ਬਾਅਦ ਮੇਰੀਆਂ ਸ਼ਿਕਾਇਤਾਂ ਪਹਿਲਾਂ ਥੋੜ੍ਹੀਆਂ ਬਹੁਤੀਆਂ ਕਰਦੇ ਸੀਗੇ, ਉਸ ਤੋਂ ਬਾਅਦ ਲਿਟਰਲੀ ਇੱਕ ਕੋਈ ਬੜਾ ਵੱਡਾ ਬਲੰਡਰ ਹੋ ਗਿਆ। ਕਹਿੰਦਾ ਵੀ ਆਈ ਵਾਜ਼ਨਟ ਅਵੇਅਰ ਅਬਾਊਟ ਇਟ, ਬਟ ਇਟ ਹੈਜ਼ ਹੈਪਨਡ। ਕੋਈ ਸਾਡੀ ਪ੍ਰੋਡਕਸ਼ਨ ਦੇ ਵਿੱਚ ਗੜਬੜ ਹੋ ਗਈ, ਨਾ ਮੇਰਾ ਆਇਆ ਵੀ ਇਸ ਬੰਦੇ ਨੇ। ਕਹਿੰਦਾ ਲਿਟਰਲੀ ਗੁਲਜ਼ਾਰ ਸਿੰਘ ਤੁਹਾਨੂੰ ਦੱਸਦਾ ਆ, ਕੰਪਨੀ ਮੈਨੇਜਮੈਂਟ ਨੇ ਮੇਰਾ ਨਾਮ ਜਿਹੜਾ ਸੀਗਾ ਉਹ ਬਿਲਕੁਲ ਹੀ ਵਾਈਟ ਆਊਟ ਕਰਤਾ ਉੱਥੋਂ। ਕਹਿਣ ਲੱਗੇ ਹੋ ਹੀ ਨਹੀਂ ਸਕਦਾ। ਕਹਿੰਦੇ ਹਾਲਾਂਕਿ ਮੈਂ ਕਨਫੈਸ਼ਨ ਕਰਨ ਲਈ ਤਿਆਰ ਸੀਗਾ ਵੀ ਯੈਸ ਦੈਟ ਵਾਜ਼ ਮਾਈ ਮਿਸਟੇਕ, ਡਿਊ ਟੂ ਦੈਟ ਐਕਚੁਅਲੀ ਪ੍ਰੋਡਕਸ਼ਨ 'ਚ ਆ ਪ੍ਰੋਬਲਮ ਆਈ। ਉਹ ਕਹਿੰਦੇ ਹੋ ਹੀ ਨਹੀਂ ਸਕਦਾ, ਕਿਉਂਕਿ ਸਾਨੂੰ ਪਤਾ ਤੂੰ ਬੰਦਾ ਹੀ ਬੜਾ ਵਧੀਆ ਹੈਗਾ। ਕਹਿੰਦੇ ਮੈਂ ਕਹਿ ਰਿਹਾ ਵੀ ਕਮਾਲ ਹੈ, ਮੈਂ ਤੇ ਇਹ ਤੇ ਗੁਣ ਨਹੀਂ ਹੈਗਾ ਮੇਰੇ 'ਚ, ਆ ਤੇ ਮੇਰੇ 'ਚ ਖੂਬ ਖਾਮੀ ਹੈ, ਆ ਤੇ ਮੁਸ਼ਕਿਲ ਆ ਰਹੀ ਹੈ। ਪਰ ਉਹ ਕਹਿੰਦੇ ਨਹੀਂ, ਕਹਿੰਦਾ ਮੈਨੂੰ ਲੱਗਾ ਮੈਂ ਜੇ ਸਤਿਗੁਰੂ ਦੀ ਸੇਵਾ 'ਚ ਰਹੀ ਨਾ, ਜਿਹੜਾ ਸਤਿਗੁਰੂ ਨੂੰ ਮੈਂ ਹਰ ਵਕਤ ਅਹਿਸਾਸ ਦਾ ਤੇ ਅਰਦਾਸ ਕਰਦਾ, ਮਾਲਕ ਮੇਰੀ ਬਾਂਹ ਫੜੀ, ਬਸ ਉਹੀ ਹੈ। ਗੁਣਹੀਨ ਹੋ ਕੇ ਵੀ ਮੈਂ ਗੁਣਾਤਮਕ ਪੱਖ ਤੋਂ ਚੜ੍ਹਦੀ ਕਲਾ ਵਿੱਚ। ਇੱਕ ਰੰਗ ਦੂਸਰਾ, ਵਕਤ ਪਾ ਕੇ ਮੈਨੇਜਰ ਨਾਲ ਕਹਿੰਦੇ ਮੈਂ ਗੱਲ ਕੀਤੀ, ਮੈਂ ਦੱਸਿਆ। ਉਹ ਕਹਿੰਦਾ ਨਹੀਂ ਗੱਲ ਇਹ ਨਹੀਂ ਹੈ। ਜਿਹੜਾ ਇੱਕ ਅੱਧੀ ਵਾਰ ਕਿਸੇ ਕਿਸਮ ਦੀ ਗਲਤੀ ਮਿਸਟੇਕ ਹੋ ਜਾਣੀ, ਇਹ ਬੰਦੇ ਦਾ ਸੁਭਾਅ ਨਹੀਂ ਹੁੰਦਾ। ਬੰਦੇ ਦਾ ਸੁਭਾਅ ਰੋਜ਼ਮर्रा ਦੀ ਜੀਵਨ ਵਿੱਚੋਂ ਪਰਖਿਆ ਜਾਂਦਾ ਹੈਗਾ। ਤੂੰ ਵਾਕਿਆ ਜੀ ਗੁਣੀ ਬੰਦਾ, ਤੇਰੇ ਵਿੱਚ ਜਿਹੜੇ ਹਿਊਮੈਨਿਟੀ ਦੇ ਵਰਚੂਜ਼ ਹੋਣੇ ਚਾਹੀਦੇ ਨੇ, ਯੂ ਹੈਵ them, and that's why we respect, we actually have really ਜਿਹੜਾ ਹੈਗਾ ਤੇਰੇ ਵਾਸਤੇ ਸਾਡੇ ਹੈਟ ਆਫ ਰਹਿੰਦੇ ਨੇ, ਤੈਨੂੰ ਅਸੀਂ ਹਮੇਸ਼ਾ ਰਿਗਾਰਡ ਉਸ ਰੂਪ ਵਿੱਚ ਦਿੰਦੇ ਹਾਂ, ਪੇ ਕਰਦੇ ਹੈਗੇ ਆ। ਸੋ ਇਹ ਰੂਪਤਾ ਹੈ। ਜੇ ਤੁਸੀਂ ਕਰਤਾਰੀ ਤੌਰ ਤੇ ਅਕਾਲ ਪੁਰਖ ਵਾਹਿਗੁਰੂ ਦੇ ਉਸ ਰੰਗ ਨੂੰ ਵੇਖਦੇ ਹੋ, ਤੁਸੀਂ ਤਿਆਰ ਰਹੋ ਗੁਣ ਗ੍ਰਹਿਣ ਕਰਨ ਵਾਸਤੇ। ਜੈਸਾ ਮਰਜ਼ੀ ਮਾਹੌਲ ਹੋਏ, ਜੈਸੀ ਮਰਜ਼ੀ ਸਟਰਗਲ ਵਿੱਚੋਂ ਤੁਹਾਨੂੰ ਲੰਘਣਾ ਪਏ, ਉਹ ਮਾਲਕ ਗੁਣਹੀਣਿਆਂ ਨੂੰ ਵੀ ਬਖਸ਼ ਲੈਂਦਾ। ਤੇ ਜੇ ਤੁਸੀਂ ਗੁਣ ਗ੍ਰਹਿਣ ਕਰ ਰਹੇ ਹੋ ਫਿਰ ਤੇ ਕਮਾਲ ਹੀ ਹੈ। ਇੱਥੇ ਸਾਹਿਬ ਗੁਰੂ ਅਮਰਦਾਸ ਸਾਹਿਬ ਨੇ ਕਿਹਾ,
हर जियो आपे बख्श मिलाए, गुणहीन हम अपराधी भाई, पूरा सतगुर लय रलाए। गुणहीन हम अपराधी, ਅਸੀਂ ਤੇ ਔਗੁਣੇ ਆ, ਅਪਰਾਧੀ ਆ, ਸਾਡੇ ਕੋਲੋਂ ਤੇ ਕੋਈ ਚੱਜ ਦਾ ਕੰਮ ਹੋਣ ਦੀ ਉਮੀਦ ਵੀ ਨਹੀਂ। ਅਪਰਾਧੀ ਕ੍ਰਿਮੀਨਲਸ ਨੂੰ ਕਿਹਾ ਜਾਂਦਾ ਹੈ। ਮੈਂ ਇੱਥੇ ਕੋਰ ਕ੍ਰਿਮੀਨਲਸ ਨਾਲ ਕੰਮ ਕਰਦਾ ਜ਼ਿਆਦਾਤਰ ਪ੍ਰਿਜ਼ਨਸ ਦੇ ਵਿੱਚ, ਤੇ ਆਪ ਅਹਿਸਾਸ ਕਰੋਗੇ ਜੋ ਤੁਸੀਂ ਉਹਨਾਂ ਨੂੰ ਵੇਖਦੇ ਹੋ। ਕਈ ਵਾਰੀ ਜਦੋਂ ਸ਼ੁਰੂਆਤ 'ਚ ਮੈਂ ਵੀ 8 ਸਾਲ ਪਹਿਲਾਂ ਸ਼ੁਰੂ ਕੀਤਾ, ਤੇ ਮੇਰੇ ਵੀ ਫੈਮਿਲੀ ਦੇ ਵਿੱਚ ਇੱਕ ਡਰ ਜਿਹਾ ਸੀਗਾ ਵੀ ਆਹ ਕਮਾਲ ਹੋ ਗਈ, ਜੇਲ੍ਹ 'ਚ ਬਚ ਕੇ ਕੀ ਪਤਾ ਲੱਗਦਾ ਅਗਲੇ ਬੰਦੇ ਨੇ ਮਰਡਰ ਕੀਤਾ, ਕਤਲ ਕੀਤਾ ਕੋਈ ਸਰੂਪ ਦੇ ਵਿੱਚ। ਜਦੋਂ ਤੁਸੀਂ ਉਹਨਾਂ ਨੂੰ ਜਾ ਕੇ ਵੇਖਦੇ ਹੋ, ਐਜ਼ ਐਕਚੁਅਲੀ ਐਜ਼ ਮਚ ਹਿਊਮਨ ਬੀਇੰਗ ਐਜ਼ ਵੀ ਆਰ ਆਊਟਸਾਈਡ ਵਰਲਡ, ਟੋਟਲੀ ਕੋਈ ਉਹਦੇ 'ਚ ਫਰਕ ਨਹੀਂ ਹੈਗਾ। ਉਹੋ ਜਿਹੇ ਉਹ ਹਿਊਮਨ ਬੀਇੰਗ ਨੇ, ਉਹੋ ਜਿਹੇ ਅਸੀਂ ਹੈਗੇ ਹਾਂ। ਹੋਇਆ ਕੀ ਹੈ, ਅਸੀਂ ਉਹਨਾਂ ਨੂੰ ਗੱਲ ਕਰਦੇ ਹਾਂ ਉੱਥੇ ਵੀ ਕਿ ਕੁਝ ਲੋਕ ਇੱਕ ਐਸੀ ਗਲਤੀ ਕਰਦੇ ਨੇ, ਉਸ ਤੋਂ ਬਾਅਦ ਉਹਨਾਂ ਨੂੰ ਗਲਤੀ ਸੁਧਾਰਨ ਦਾ ਮੌਕਾ ਕਿਸੇ ਹੋਰ ਢੰਗ ਨਾਲ ਨਹੀਂ ਮਿਲਦਾ। ਦੇ ਹੈਵ ਟੂ ਸਪੈਂਡ ਟਾਈਮਸ ਬਿਹਾਈਂਡ ਦਾ ਬਾਰ। ਮਗਰ ਇਹ ਵੀ ਸੱਚ ਹੈ, ਇਹੋ ਜਿਹੇ ਲੋਕ ਪਤਾ ਨਹੀਂ ਕਿੰਨੇ ਤੁਰੇ ਫਿਰਦੇ ਨੇ ਧਰਤੀ ਤੇ, ਜਿਹੜੇ ਬਿਹਾਈਂਡ ਦਾ ਬਾਰਸ ਤੇ ਨਹੀਂ ਹੈਗੇ, ਪਰ ਗਲਤੀਆਂ ਤੇ ਹੈ ਨੇ, ਗੁਸਤਾਖੀਆਂ ਤੇ ਕੀਤੀਆਂ ਨੇ। ਹੁਣ ਅਪਰਾਧ ਜਿਹੜਾ ਹੈ, ਕ੍ਰਾਈਮ ਜਿਹੜਾ ਹੈਗਾ, ਆਪ ਰੰਗ ਦੇਖੋਗੇ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ। ਉੱਥੇ ਇੱਕ ਸਾਡੇ ਕੋਲ ਪ੍ਰਿਜ਼ਨ ਦੇ ਵਿੱਚ ਇੱਕ ਬਹੁਤ ਵੱਡਾ RCMP ਆਫਿਸਰ ਹੈ, ਦੂਜੀ ਮੇਨ ਸਟ੍ਰੀਮ ਕਮਿਊਨਿਟੀ ਦੇ ਵਿੱਚੋਂ, ਤੇ ਉਹ ਸ਼ਖਸ ਕਹਿੰਦਾ ਕਿ ਮੇਰੀ ਜ਼ਿੰਦਗੀ ਦੇ ਜਸਟ ਕਹਿੰਦਾ 12 ਸੈਕਿੰਡ ਦੇ ਐਕਚੁਅਲੀ ਟਵਿਸਟਡ ਮਾਈ ਲਾਈਫ ਅਪਸਾਈਡ ਡਾਊਨ। ਉਹ 12 ਸੈਕਿੰਡ ਉਹ ਨੇ ਜਦੋਂ ਕਿਤੇ ਜੌਬ ਤੋਂ ਵਾਪਸ ਆਇਆ ਘਰੇ, ਗਨ ਲੋਡਡ ਕੋਲ ਹੈ, ਫਰਸਟ੍ਰੇਸ਼ਨ ਕੰਮ ਦੀ ਸੀ, ਹੋਰ ਸਾਰੇ ਰੂਪ ਦੇ ਸੀ। ਘਰ ਆ ਕੇ ਆਪਣੇ ਪਾਰਟਨਰ ਦੇ ਨਾਲ ਕੁਝ ਆਰਗੂਮੈਂਟ ਹੋਇਆ ਹੈ, ਗਨ ਕੱਢ ਲਿਆ ਹੈ। ਪਾਰਟਨਰ ਨੇ ਚੈਲੰਜ ਕੀਤਾ ਹੈ ਕਿ ਹਾਊ ਡੇਅਰ ਯੂ ਆਰ ਸ਼ੋਇੰਗ ਮੀ ਦਿਸ ਗਨ, if you really have that kind of actually daring attitude or ability, then trigger it, show me your strength। ਉਹ ਇੰਨੀ ਗੱਲ ਕਹਿਣ ਦੀ ਦੇਰ ਸੀਗੀ, ਉਹ ਸਟਰੈਂਥ ਸ਼ੋਅ ਕਰਨ ਦੇ ਚੱਕਰ 'ਚ ਟ੍ਰਿਗਰ ਆਊਟ ਜਿਹੜਾ ਹੈਗਾ ਉਹਨੇ ਓਨ ਕਰ ਦਿੱਤਾ। ਬਸ ਕਹਿੰਦਾ ਉਹ 12 ਸੈਕਿੰਡ ਸੀਗੇ ਸਾਰੇ, ਜ਼ਿੰਦਗੀ ਅਪਸਾਈਡ ਡਾਊਨ ਹੋ ਗਈ, ਬਰਬਾਦ ਹੋ ਗਿਆ। ਇਹ ਹੈ ਬੰਦੇ ਨੂੰ ਲੱਗਦਾ ਹੀ ਵੀ ਮੈਂ ਕੋਈ ਕ੍ਰਿਮੀਨਲ ਨਹੀਂ ਹੈਗਾ, ਕਰਤਾਰ ਨੇ ਬਚਾਇਆ ਤੈਨੂੰ। ਨਹੀਂ ਤੇ ਬੰਦਿਆਂ ਨੂੰ ਕਈ ਵਾਰੀ ਗੁੱਸਾ ਚੜਦਾ, ਜੀ ਕਰਦਾ ਮੈਂ ਅਗਲੇ ਦੀ ਗੱਟੀ ਨਾ ਘੋਟ ਦਿਆਂ। ਹੁਣ ਇਹ ਬਾਤ ਜਿਹੜੀ ਹੈ, ਬੰਦਾ ਕਹਿ ਰਿਹਾ, ਸੋਚ ਰਿਹਾ, ਮੌਕਾ ਬਣ ਜੇ ਕਿਤੇ ਘੋਟ ਹੀ ਦੇ ਕ੍ਰਿਮੀਨਲ। ਸੋ ਮੋਸਟ ਆਫ ਅਸ ਆਰ ਲਾਈਕ ਦੈਟ। ਜਦੋਂ ਗੁਰੂ ਨਾਨਕ ਸਾਹਿਬ ਨੇ ਬਾਤ ਕਹੀ ਨਾ ਵੀ ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ। ਕੋਈ 1 2 4 ਥੋੜਾ ਨੇ, ਗਿਣਤੀ ਨਹੀਂ ਕੀਤੀ ਜਾ ਸਕਦੀ। ਬੰਦਾ ਕਹਿੰਦਾ ਨਹੀਂ ਨਹੀਂ ਆਮ ਨੋਟ ਅਪਰਾਧੀ, ਆਮ ਨੋਟ ਅ ਕ੍ਰਿਮੀਨਲ। ਨੋ ਭਾਈ, ਇਹ ਤੇ ਕੁਦਰਤ ਨੇ ਬਚਾਇਆ ਤੈਨੂੰ। ਕਰਤਾਰ ਕਿਤੇ ਐਵੇਂ ਦਾ ਰੰਗ ਨਾ ਲਿਆਵੇ ਤੇ ਕੋਈ ਵੀ ਨਹੀਂ ਬਚਦਾ। ਸੋ ਇਹ ਹੈ ਅਪਰਾਧ ਬਿਰਤੀ ਸਾਡੇ ਸਾਰਿਆਂ ਦੇ ਵਿੱਚ ਪਈ ਹੈ, ਤੇ ਬੜੀ ਜ਼ੋਰਾਵਰ ਪਈ ਹੈ। ਇਹ ਤੇ ਕਰਤਾਰ ਹੀ ਬਚਾਏ ਤੇ ਬਚਾਏ। ਇਸ ਲਈ ਅਰਦਾਸਾਂ ਕਰੀਦੀਆਂ ਨੇ ਰੋਜ਼, ਇਸ ਲਈ ਤਰਲੇ ਲਈਦੇ ਨੇ, ਮਾਲਕਾ ਬਚਾ ਕੇ ਰੱਖੇ। ਇੱਥੇ ਗੁਰੂ ਅਮਰਦਾਸ ਸਾਹਿਬ ਨੇ ਜ਼ਿਕਰ ਕੀਤਾ ਕਿ ਹਰ ਜੀਓ ਆਪੇ ਬਖਸ਼ ਮਿਲਾਏ, ਗੁਣਹੀਨ ਹਮ ਅਪਰਾਧੀ ਭਾਈ, ਪੂਰੇ ਸਤਿਗੁਰ ਲਏ ਰਲਾਏ। ਮੇਰੇ ਪੂਰੇ ਸਤਿਗੁਰੂ ਨੇ ਮੇਰੇ ਤੇ ਨਵਾਜ਼ਿਸ਼ ਕੀਤੀ ਕਿ ਆਪਣੇ ਨਾਲ ਰਲਾ ਲਿਆ। ਦੇਖੋ ਗੁਰੂ ਦਾ ਜਿਹੜਾ ਗਰੁੱਪ ਆ, ਜਾਂ ਗੁਰੂ ਦੀ ਜਿਹੜੀ ਖਾਸ ਕਰਕੇ ਪੋਜੀਸ਼ਨ ਆ, ਜਿਹਨੂੰ ਆਪਣੇ ਨਾਲ ਰਲਾਏਗਾ, ਆਪਣੇ ਵਰਗੇ ਬਣਾ ਕੇ ਰਲਾਏਗਾ। ਮੈਂ ਸੀਗਾ ਤੇ ਮਾੜਾ, ਪਰ ਗੁਰੂ ਇਤਨਾ ਬੇਅੰਤ ਸੀਗਾ, ਉਹਨੇ ਮਾੜੇ ਨੂੰ ਮਾੜਾ ਨਾ ਰਹਿਣ ਦਿੱਤਾ। ਮਾੜੇ ਦੀ ਵੀ ਬਾਂਹ ਫੜ ਲਈ, ਮਾੜੇ ਨੂੰ ਵੀ ਬਚਾ ਲਿਆ, ਮਾੜੇ ਨੂੰ ਵੀ ਆਪਣੇ ਨਾਲ ਰਲਾ ਲਿਆ। ਸੋ ਇਸ ਰੂਪ ਵਿੱਚ ਰਹਾ ਉਹਦਾ ਪਦਾ ਹੈ। ਸ਼ੁਰੂਆਤੀ ਬੰਦ ਵਿਆਖਿਆ ਕੇ ਫਿਰ ਸਮਾਪਤੀ ਕਰ ਦਿੰਦੇ ਹਾਂ। ਨਿਗੁਣਿਆਂ ਨੂੰ ਆਪੇ ਬਖਸ਼ ਲਏ ਭਾਈ, ਗੁਰ ਕੀ ਸੇਵਾ ਲਾਏ। ਨਿਗੁਣਿਆਂ ਨੂੰ ਆਪੇ ਬਖਸ਼ ਲਏ ਭਾਈ, ਜਿਨ੍ਹਾਂ ਕੋਲ ਕੋਈ ਗੁਣ ਨਹੀਂਗਾ ਉਹਨਾਂ ਨੂੰ ਵੀ ਉਹ ਬਖਸ਼ ਦਿੰਦਾ ਹੈ, ਉਹ ਨਵਾਜ਼ਿਸ਼ ਦੇ ਦਿੰਦਾ ਹੈਗਾ। ਇਸ ਰੂਪ ਵਿੱਚ ਜਾਣੀਏ ਕਿ ਜਿਹੜੀ ਹੋਪ ਆ, ਕਿਉਂਕਿ ਧਰਮ ਦੀ ਦੁਨੀਆ ਦੇ ਵਿੱਚ ਆਸਵੰਦਤਾ ਜਿਹੜੀ ਆ, ਆਪਟੀਮਿਜ਼ਮ ਜਿਹੜਾ ਹੈਗਾ, ਇਹਨੂੰ ਗੁਰੂ ਸਾਹਿਬ ਕਦੀ ਵੀ ਕਹਿੰਦੇ ਛੱਡਣ ਦੀ ਲੋੜ ਨਹੀਂ, ਤਿਆਗਣ ਦੀ ਲੋੜ ਨਹੀਂ ਗੀ। ਕਰਤਾਰ ਬੜਾ ਬੇਅੰਤ ਆ, ਤੁਹਾਨੂੰ ਅਹਿਸਾਸ ਵੀ ਨਹੀਂ
ਕਿ ਕਿਹਦੇ ਤੋਂ ਕਿਸ ਰੂਪ ਵਿੱਚ ਕਿਹੋ ਜਿਹਾ ਕਰਮ ਕਰਾ ਦੇ। ਸਰਲ ਸਾਖੀ ਰੂਪ ਵਿੱਚ ਬਾਤ ਕਹਾਂ, ਅਸੀਂ ਗੁਰੂ ਨਾਨਕ ਸਾਹਿਬ ਦਾ ਜੀਵਨ ਯਾਪਨ ਪੜ੍ਹਦੇ ਹਾਂ। ਕੌਡੇ ਰਾਖਸ਼ ਦੀ ਗੱਲ ਕੀਤੀ ਜਾਂਦੀ ਹੈ। ਐਕਚੁਅਲ ਉਹਦਾ ਅਸਲ ਜਿਹੜਾ ਜ਼ਿਕਰ ਹੈ ਉਹ ਮਿਲਦਾ ਕੌਡਾ ਭੀਲ। ਭੀਲ ਜਿਹੜੇ ਸੀਗੇ ਆਰੀਅਨ ਤੋਂ ਆਉਣ ਤੋਂ ਪਹਿਲਾਂ ਭਾਰਤੀ ਖਿੱਤੇ 'ਚ ਮੂਲ ਵਾਸੀ ਸੀਗੇ। ਜਦੋਂ ਆਰੀਅਨ ਆ ਗਏ ਇਹਨਾਂ ਨੂੰ ਫਿਰ ਇੱਧਰੋਂ ਜਿਹੜਾ ਹੈਗਾ ਦੌੜਾ ਦਿੱਤਾ। ਦਰਾਵਿੜ ਲੋਕਾਂ ਦੇ ਵਿੱਚ ਭੀਲਾਂ ਦੀ ਇੱਕ ਖਾਸ ਜਮਾਤ ਆ। ਤੇ ਡੈਫੀਨੇਟਲੀ ਜਿਹੜਾ ਓਪਰੈਸ਼ਨ ਆ, ਬੰਦੇ ਨੂੰ ਜੋ ਤੁਸੀਂ ਇੰਨਾ ਜ਼ਿਆਦਾ ਦਬਾਓਗੇ ਉਹਦੇ 'ਚੋਂ ਫਿਰ ਜਿਹੜੀ ਰਿਟੈਲੀਏਸ਼ਨ ਹੋਏਗੀ। ਜਿਹੜੀ ਰਿਟੈਲੀਏਸ਼ਨ ਹੈਗੀ ਏ ਉਹ ਕਈ ਵਾਰੀ ਬੰਦੇ ਨੂੰ ਇੱਕ ਲੈਵਲ ਤੇ ਬਾਗੀ ਬਣਾ ਦਿੰਦੀ ਹੈ। ਸਿੱਖੀ ਆਸ਼ੀਸ਼ ਵੀ ਦੇਖੋ, ਤੁਹਾਨੂੰ ਇਹੋ ਜਿਹੀ ਚੀਜ਼ਾਂ ਦਿਸਣਗੀਆਂ ਇਸ ਰੂਪ ਦੇ ਵਿੱਚ। ਸੋ ਇਹ ਉਹਨੂੰ ਫਿਰ ਲੱਗਦਾ ਹੈ ਕਿ ਦੁਨੀਆ ਜੇ ਮੈਨੂੰ ਇਸੇ ਤਰ੍ਹਾਂ ਟਰੀਟ ਕਰਨਾ ਚਾਹੁੰਦੀ ਹੈ ਤੇ ਆਈ ਵਿਲ ਬੀ ਲਾਈਕ ਦੈਟ, ਆਈ ਡੋਂਟ ਵਾਂਟ ਟੂ ਚੇਂਜ। ਮੈਂ ਫਿਰ ਇਸੇ ਰੂਪ ਵਿੱਚ ਹੀ ਚੱਲਾਂਗਾ। ਫਿਰ ਉੱਥੇ ਇੱਕ ਮਤਲਬ ਇੱਕ ਹੋਰ ਤਰ੍ਹਾਂ ਦੀ ਹਾਲਤ ਬਣਦੀ ਹੈਗੀ। ਫਿਰ ਉਹ ਉਸ ਕਿਸਮ ਦੇ ਵਿਹਾਰ ਵਿੱਚ ਚਲਾ ਜਾਂਦਾ ਹੈਗਾ। ਖੈਰ, ਗੁਰੂ ਨਾਨਕ ਸਾਹਿਬ ਇਸ ਇਲਾਕੇ 'ਚ ਗਏ ਨੇ। ਬਾਬਾ ਨਾਨਕ ਜੀ ਨੂੰ ਕਿਸੇ ਨੇ ਬਕਾਇਦਾ ਤੌਰ ਤੇ ਸੁਜੈਸਟ ਕੀਤਾ ਹੈ ਇਸ ਰਾਹ ਤੋਂ ਨਾ ਜਾਇਆ ਜੇ। ਕੀ ਹੋਇਆ? ਇਸ ਰਾਹ ਤੇ ਕੌਡਾ ਭੀਲ ਹੁੰਦਾ ਹੈ ਤੇ ਉਹ ਬਹੁਤ ਵੱਡਾ ਅਪਰਾਧੀ ਹੈ, ਬੜਾ ਵੱਡਾ ਜਿਹੜਾ ਹੈਗਾ ਰਾਖਸ਼ ਹੈ, ਪਾਪੀ ਹੈ। ਉਹ ਤੇ ਬੰਦੇ ਮਾਰ ਕੇ ਖਾ ਜਾਂਦਾ। ਹੁਣ ਬੰਦੇ ਮਾਰ ਕੇ ਖਾਣਾ ਐਕਚੁਅਲ ਲੈਵਲ ਤੇ ਇੱਕ ਐਸਾ ਕ੍ਰਾਈਮ ਆ ਜਿਹੜਾ ਜਿਹਦੇ ਬਾਰੇ ਕਿਹਾ ਜਾਂਦਾ ਹੈ ਕਿ ਉਸ ਬੰਦੇ ਨੂੰ ਸਜ਼ਾਏ ਮੌਤ ਤੋਂ ਹੋਰ ਕੁਝ ਨਹੀਂ, ਉਹ ਨਾਸੂਰ ਹੋ ਜਾਂਦਾ। ਆਪ ਨੇ ਦੇਖਿਆ ਹੋਣਾ ਕਈ ਵਾਰੀ ਬੜੇ ਕੋਰ ਕ੍ਰਿਮੀਨਲ ਇਹੋ ਜਿਹੇ ਸੰਸਾਰ ਵਿੱਚ ਕਿਤੇ ਨਾ ਕਿਤੇ ਉਹਨਾਂ ਬਾਰੇ ਜ਼ਿਕਰ ਆ ਜਾਂਦਾ ਹੈਗਾ। ਜਿਵੇਂ ਰੀਸੈਂਟਲੀ ਦਿੱਲੀ 'ਚ ਆਇਆ ਸੀਗਾ, ਨੋਇਡਾ ਦੇ ਵਿੱਚ 90 ਤੋਂ ਵੱਧ ਕੰਕਾਲ ਕੋਲੀ ਦੀ ਕੋਠੀ 'ਚੋਂ ਮਿਲੇ। ਬੰਦਿਆਂ ਨੂੰ ਵੱਢ ਕੇ ਮਾਸ ਖਾਣਾ ਉਹਨਾਂ ਦਾ। ਸਾਡੇ ਇੱਥੇ ਲੈਂਡਸਕੇਪਿੰਗ ਕਰਨ ਵਾਲਾ ਬੰਦਾ, ਕਿੰਨੀਆਂ ਕੁ ਲਾਸ਼ਾਂ ਮਿਲੀਆਂ ਜਿੱਥੇ ਜਿੱਥੇ ਲੈਂਡਸਕੇਪਿੰਗ ਕਰਦਾ ਉੱਥੇ ਬੰਦੇ ਮਾਰ ਮਾਰ ਕੇ ਦੱਬੀ ਜਾ ਰਿਹਾ ਹੈਗਾ। ਮਤਲਬ ਇੱਕ ਅਜੀਬ ਕਿਸਮ ਦਾ ਵਰਤਾਰਾ ਹੈ। ਬੰਦੇ ਦੇ ਮੂੰਹ ਨੂੰ ਖੂਨ ਲੱਗ ਜੇ ਬਹੁਤ ਮੁਸ਼ਕਲ ਹੈਗਾ। ਜਦੋਂ ਬਾਤ ਕਹੀ ਗਈ ਕਿ ਉਹ ਇਸ ਰਾਹ ਦੇ ਉੱਤੇ ਇਸ ਕਿਸਮ ਦੇ ਨਾਲ ਬੰਦੇ ਮਾਰਦਾ, ਕਤਲ ਕਰਦਾ, ਖਾ ਜਾਂਦਾ ਹੈਗਾ, ਬਾਬਾ ਨਾਨਕ ਜੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਦਿਨ ਚਿੱਟੇ ਤੁਰ ਪਏ। ਜੋ ਤੁਰ ਪਏ, ਉਹ ਰਾਤ ਅਕਸਰ ਬੰਦੇ ਕਤਲ ਕਰਦਾ ਸੀਗਾ। ਉਹਨੇ ਵੇਖਿਆ ਵੀ ਚਿੱਟਾ ਦਿਨ ਆ, ਬਸਤੀ ਵਾਲੇ ਪਾਸਿਓਂ ਆ ਰਹੇ ਨੇ ਬੰਦੇ, ਜ਼ਰੂਰ ਪਰਦੇਸੀ ਹੋਣਗੇ। ਨਾਲੇ ਉਹ ਸੋਚ ਰਿਹਾ ਵੀ ਅੱਜ ਵੱਢਾਂਗਾ ਇਹਨਾਂ ਨੂੰ। ਜਿਵੇਂ ਜਿਵੇਂ ਥੋੜਾ ਨੇੜੇ ਆਏ ਤੇ ਮਨੁੱਖ ਆਖਰਕਾਰ ਮਨੁੱਖ ਹੀ ਹੈ। ਮਨੁੱਖ ਦੇ ਵਿੱਚ ਕੁਝ ਕੁਦਰਤ ਨੇ ਜਿਵੇਂ ਕਿਹਾ ਵੀ ਇੱਕ ਵਿਵੇਕ ਰੂਪ ਸ਼ਕਤੀ ਕਿਤੇ ਪਾਈ ਹੈ। ਜਦੋਂ ਬਿਲਕੁਲ ਉਹਦੀ ਜ਼ਦ ਵਿੱਚ ਮਾਰ ਵਿੱਚ ਆਉਣ ਦੀ ਸੰਭਾਵਨਾ ਬਣ ਗਈ, ਉਹਨੇ ਕਿਹਾ ਵੀ ਹੁਣ ਇਹਨਾਂ ਨੂੰ ਪ੍ਰਪੇਅਰ ਕਰਾਂ ਵੀ ਤਾਂ ਕਿ ਮਰਨ ਲਈ ਤਿਆਰ ਹੋਣ, ਮੈਂ ਮਾਰਨਾ ਇਹਨਾਂ ਨੂੰ। ਫਿਰ ਉਹ ਆਪਣਾ ਜਿਹੜਾ ਹੈਗਾ ਹਥਿਆਰ ਉੱਪਰ ਚੱਕਦਾ, ਜਿਹੜਾ ਦਰਾਤ ਹੱਥ 'ਚ ਫੜਿਆ ਉਹਨੇ, ਤੇ ਆਵਾਜ਼ ਦਿੰਦਾ ਵੀ ਬਸ ਹੁਣ ਤਿਆਰ ਹੋ ਜਾਓ, ਮੈਂ ਮਾਰਨ ਵਾਸਤੇ ਆ ਰਿਹਾ ਤੁਹਾਡੇ ਕੋਲ। ਭੱਜਣ ਲੱਗਾ ਉਹਨਾਂ ਵੱਲ ਨੂੰ, ਭੱਜ ਨਾ ਜਾਣ ਕਿਤੇ। ਜਦੋਂ ਭੱਜਣ ਵਾਸਤੇ ਤੁਰਿਆ ਤਾਂ ਅਕਸਰ ਕੀ ਹੁੰਦਾ ਸੀਗਾ, ਜੇ ਕਿਸੇ ਨੂੰ ਕਤਲ ਕਰਨ ਵਾਸਤੇ ਭੱਜਦਾ ਸੀਗਾ ਤੇ ਅਗਲਾ ਹੋਰ ਸਪੀਡ ਨਾਲ ਜਾਨ ਛਡਾਉਣ ਲਈ ਭੱਜਦਾ ਸੀਗਾ ਵੀ ਮੈਨੂੰ ਮਾਰ ਨਾ ਦੇ। ਇਸ ਵਾਰੀ ਕੀ ਹੋਇਆ, ਇਸ ਵਾਰੀ ਆਉਣ ਵਾਲੇ ਰਾਹੀ ਆਪਣੀ ਸਪੀਡ ਉਹਦੇ ਵੱਲ ਤੁਰੇ ਹੁੰਦੇ ਨੇ। ਉਹ ਕਹਿੰਦਾ ਕੀ ਹੈ, ਬੋਲੇ ਨੇ ਸੁਣਿਆ ਨਹੀਂ, ਹੋਇਆ ਕੀ ਹੈ। ਇਹਦੇ ਪੈਰਾਂ ਦੀ ਰਫ਼ਤਾਰ ਥੋੜੀ ਰੁਕ ਗਈ। ਫਿਰ ਦੁਬਾਰਾ ਆਵਾਜ਼ ਦਿੱਤੀ, ਮੈਂ ਮਾਰਨ ਲਈ ਆ ਰਿਹਾ, ਤੁਹਾਨੂੰ ਮਾਰਾਂਗਾ। ਬਾਬਾ ਨਾਨਕ ਜੀ ਅੱਗੋਂ ਆਵਾਜ਼ ਦਿੰਦੇ ਵੀ ਤੂੰ ਭੱਜ ਨਾ, ਤੇਰੇ ਕੋਲ ਹੀ ਆ ਰਹੇ ਆ, ਚਿੰਤਾ ਨਾ ਕਰ, ਤੈਨੂੰ ਮਿਲਣ ਵਾਸਤੇ ਆ ਰਹੇ ਆ। ਇਤਨੀ ਬਾਤ ਕਹਿਣ ਦੀ ਦੇਰ ਸੀ, ਪੈਰ ਰੁਕ ਗਏ ਵੀ ਕਮਾਲ ਆ, ਦਰਾਤ ਮੇਰੇ ਕੋਲ ਆ, ਇਹਨਾਂ ਨੂੰ ਪਤਾ ਮੈਂ ਇੱਥੇ ਬੰਦੇ ਕਤਲ ਕਰਦਾ, ਫਿਰ ਵੀ ਮੇਰੇ ਵੱਲ ਨੂੰ ਆ ਰਹੇ ਨੇ, ਮੇਰੇ ਤੋਂ ਕੋਈ ਵੱਡੀ ਬਲਾ ਹੀ ਹੋਣਗੇ। ਪੈਰ ਖੜ ਗਏ। ਫਿਰ ਦੁਬਾਰਾ ਕਹਿੰਦਾ ਤੁਹਾਨੂੰ ਨਹੀਂ ਪਤਾ ਮੇਰੇ ਬਾਰੇ? ਉਹ ਕਹਿੰਦੇ ਸਾਰਾ ਪਤਾ, ਤੂੰ ਬੰਦੇ ਕਤਲ ਕਰਦਾ, ਖਾ ਵੀ ਜਾਣਾ। ਹੁਣ ਪੈਰ ਪਿੱਛੇ ਨੂੰ ਪੈਣੇ ਸ਼ੁਰੂ ਹੋ ਗਏ। ਹੁਣ ਭਾਈ ਮਰਦਾਨਾ ਜੀ ਤੇ ਬਾਬਾ ਨਾਨਕ ਜੀ ਅੱਗੇ ਨੂੰ ਵੱਧਦੇ ਨੂੰ, ਪਿੱਛੇ ਹਟ ਰਿਹਾ। ਕਹਿੰਦਾ ਭੱਜੋ ਇੱਥੋਂ, ਦੂਰ ਹੋ ਜਾਓ, ਮੈਂ ਤੁਹਾਨੂੰ ਛੱਡ ਦਿੱਤਾ। ਬਾਬਾ ਜੀ ਕਹਿੰਦੇ ਤੂੰ ਕਿਵੇਂ ਛੱਡਤਾ, ਅਸੀਂ ਤੈਨੂੰ ਛੱਡਾਂਗੇ ਤਾਂ ਨਾ। ਹੁਣ ਡਰ ਪੈ ਗਿਆ ਵੀ ਕਮਾਲ ਹੈ, ਤੇ ਮੈਨੂੰ ਮੇਰੇ ਵੱਲ ਨੂੰ ਆ ਗਏ, ਮੈਨੂੰ ਕਹਿੰਦੇ ਤੈਨੂੰ ਛੱਡਾਂਗੇ ਤਾਂ ਨਾ। ਹੁਣ ਦੌੜਨ ਲੱਗਾ। ਜਦੋਂ ਦੌੜਨ ਲੱਗਾ ਤੇ ਬਾਬਾ ਨਾਨਕ ਜੀ ਭਾਈ ਮਰਦਾਨਾ ਜੀ ਕਹਿੰਦੇ ਮਰਦਾਨਿਆਂ ਫਾੜੇ ਨੂੰ ਭੱਜ ਕੇ, ਹੁਣ ਨਹੀਂ ਜਾਣ ਦੇਣਾ। ਉਹ ਜਿਹੜਾ ਦੂਜਿਆਂ ਨੂੰ ਕਤਲ ਕਰਦਾ ਸੀਗਾ, ਐਕਚੁਅਲ ਲੈਵਲ ਤੇ ਬੰਦਾ ਅੰਦਰੋਂ ਬਹੁਤ ਡਰਪੋਕ ਆ। ਭੱਜ ਕੇ ਜਾ ਕੇ ਭਾਈ ਮਰਦਾਨਾ ਜੀ ਨੇ ਫੜਿਆ, ਬਾਬਾ ਨਾਨਕ ਜੀ ਰੋਕ ਲਿਆ। ਘਬਰਾ ਗਿਆ, ਸ਼ਾਇਦ ਅੱਜ ਤੱਕ ਕਤਲ ਕੀਤਾ, ਮੈਨੂੰ ਵੀ ਕਤਲ ਕਰਨਗੇ। ਬਾਬਾ ਜੀ ਕਹਿੰਦੇ ਨਹੀਂ 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 ਨਹੀਂ, ਤੈਨੂੰ ਨਹੀਂ ਮਾਰਨਾ, ਤੇਰੇ ਅੰਦਰੋਂ ਬੁਰਾਈ ਨੂੰ ਮਾਰਨਾ ਹੈ। ਅਸਾਂ ਨਹੀਂ ਮਾਰਨਾ, ਤੂੰ ਮਾਰੇਗਾ ਆਪ। ਕਹਿਣ ਲੱਗਾ ਜੀ ਤੁਹਾਨੂੰ ਮੇਰੇ ਬਾਰੇ ਕੁਝ ਨਹੀਂ ਪਤਾ, ਮੈਂ ਤੇ ਬਹੁਤ ਗੁਸਤਾਖ ਆਦਮੀ ਹਾਂ, ਜ਼ਾਹਿਲ ਆਦਮੀ ਹਾਂ,
मैं ते बंदे कतल कीते, बंदे मार मार के खादे, मेरे अंदर कोई अच्छाई हो ही नहीं सकती किसी रूप च। बाबा जी कहते ना, देखते सही तो आप मन रहे अपने मूँह तो। इत्थे लोकी बड़े बड़े सियाने चंगे बीबे अखाउंदे ने, शरेआम चिट्टा झूठ बोलते ने, मनते नहीं गए। हाँ देख तू मन रहे, एडे एडे बड़े अपराध मन रहे है। जरूर पाप किए होणगे, तो कौन नहीं करता, पर तेरे अंदर एक बहुत अच्छा इंसान भी पिया है। कौडिया मैं वेख लिया, मरदाने नूं पुछ, ने वेख लिया, कौडिया तू क्यों नहीं वेख रहा, तेनों वो विखाण आया। एक्चुअल गुरु ये करता है। गुरु की बाणी पढ़ते हैं ना असीं, गुरु सानू सैल्फ रियलाइजेशन कराउंदा है। गुरु कहंदा अपने आप नूं वेख। असीं शब्द पढ़ते हैं, मन तू जोत स्वरूप है, अपना मूल पछाण। इत्थे गुरु साहब ने क्या, निगुणियां नूं आपे बख्श ले। जिहदे कोल कुछ भी नहीं ना, जदों बख्शण ते आउंदा है ते आप ही बख्श लैंदा है, शीशा विखा दिंदा। बेगुणे लोक, निगुणे लोक, जिन्हां कोल कुछ भी नहीं, उन्हां नूं गुणवान बना दिंदा है। निगुणियां नूं आपे बख्श ले भाई, सतगुरु की सेवा लाए। उन्होंने फिर सेवा भी, कर्म भी अपना करने का प्रेर दिंदा। ऐसा कर्म जिहड़ा कदी सोचा भी नहीं जा सकता। सतगुर की सेवा उत्तम है भाई, राम नाम चित लाए। गुरु अमरदास साहब कहिंदे जिहड़ी सेवा की असीं गल कर रहे हैं, उत्तम है, सुपीरियर है, आला बेस्ट। ਇਹਦੇ ਵਾਸਤੇ ਅਰਦਾਸਾਂ ਕਰੋ ताकि ये चित्त ਵਿੱਚ ਲੱਗ ਜੇ, ਇਹ ਹਿਰਦੇ 'ਚ ਕਿਤੇ ਅੰਦਰ ਆ ਕੇ ਜਗ ਜਾਏ, ਇਹ ਦੀਵਾ ਬਲ ਜਾਏ ਉਸ ਰੂਪ ਦੇ ਵਿੱਚ। ਮਹਾਰਾਜ ਜੀ ਦੀ ਆਲਮੀ ਬਾਣੀ, ਇਹਦੇ ਆਲਮੀ ਜਿਹੜੇ ਸੁਨੇਹੇ ਸਾਡੇ ਵਾਸਤੇ, ਜਿਨ੍ਹਾਂ ਦੇ ਵਿਚਾਰ ਮੁਸਲਸਲ ਅਗਲੇ ਕੁਝ ਵੀਕ ਲਗਾਤਾਰ ਆਪ ਜੀ ਦੇ ਸਮਕਕਸ਼ ਕਰਾਂਗਾ। ਯਤਨ ਹੋਏਗਾ ਇਸ ਹਾਜ਼ਰੀ ਨੂੰ ਲਗਾਤਾਰ ਅਸੀਂ ਕੰਟੀਨਿਊ ਕਰ ਸਕੀਏ। ਜਿਸ ਤਰ੍ਹਾਂ ਕਿ ਸ਼ੁਰੂਆਤ ਆਪਾਂ ਕੀਤੀ ਸੀ ਤੇ we were only actually 3-4 people here, but now I can see there is actually good, at least numbers we have here. But my main request is, ਜੇ ਤੁਹਾਡੇ ਕੋਲ ਟਾਈਮ ਹੁੰਦਾ ਸ਼ਾਮ ਦੇ ਸਮੇਂ ਤੇ ਪਲੀਜ਼ ਇਸ ਪਾਰਟਿਸਿਪੇਸ਼ਨ ਪਾਈਏ। ਕੁਝ ਦਿਨ ਲਗਾਤਾਰ ਗੁਰਬਾਣੀ ਦੀ ਇਸ ਬਾਬਤ ਬਾਤ ਕਰਾਂਗੇ। ਸਾਡਾ ਸਾਰਿਆਂ ਦਾ ਬਹਿਣਾ, ਇੱਥੇ ਸਮਾਂ ਇਕੱਠਿਆਂ ਦਾ ਜਿਹੜਾ ਹੈਗਾ ਇਸ ਰੂਪ ਵਿੱਚ ਸਪੈਂਡ ਕਰਨਾ, ਇਹ ਲੇਖੇ ਵਿੱਚ ਹੋਏਗਾ, ਇਹਦਾ ਲਾਹਾ ਮਿਲੇਗਾ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ, ਭੁੱਲਾਂ ਗਲਤੀਆਂ ਨਾਲ ਸਾਰੇ ਰਾਗੀ ਵੀਰ ਆਏ ਨੇ, ਅਗਲਾ ਸਮਾਗਮ ਤੁਹਾਨੂੰ ਸਰਵਣ ਕਰਾਉਣਗੇ। ਮੈਨੂੰ ਇਜਾਜ਼ਤ ਦੇਣੀ, ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।